ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਰੰਟ ਅਫੇਅਰਸ ਦੇ ਵਿੱਚ ਅੱਜ ਆਪਾਂ 7 ਸਤੰਬਰ ਦੇ ਕਰੰਟ ਅਫੇਅਰਸ ਕਰਨੇ। ਦਿਸ ਵੀਡੀਓ ਇਜ਼ ਪ੍ਰੈਜ਼ੈਂਟਡ ਬਾਈ ਮੀ ਰਮਨਦੀਪ ਕੌਰ। ਇਸ ਤੋਂ ਪਹਿਲਾਂ ਸਤੰਬਰ ਮੰਥ ਦੇ 6 ਸਤੰਬਰ ਤੱਕ ਕਰੰਟ ਅਫੇਅਰਸ ਚੈਨਲ ਦੇ ਉੱਤੇ ਅਪਲੋਡਡ ਨੇ, ਉਹ ਤੁਸੀਂ ਜ਼ਰੂਰ ਵਿਜ਼ਿਟ ਕਰ ਲੈਣੇ ਨੇ। ਪਹਿਲੇ ਵੀਕ ਦੀ ਜਿਹੜੀ MCQs ਨੇ ਉਹ ਵੀ ਪਾਏ ਹੋਏ ਨੇ, ਉਹ ਵੀ ਚੈੱਕ ਕਰ ਲਿਓ ਸਤੰਬਰ ਦੇ ਪਹਿਲੇ ਵੀਕ ਦੇ, ਠੀਕ ਹੈ। ਅਗਸਤ ਮੰਥ ਦੇ ਸਾਰੇ ਚੈਨਲ ਦੇ ਉੱਤੇ ਅਪਲੋਡ ਨੇ, ਪਲੀਜ਼ ਉਹਨਾਂ ਨੂੰ ਚੈੱਕ ਕਰ ਲਿਓ, ਠੀਕ ਹੈ। ਵਿਜ਼ਿਟ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਰਿਵੀਜ਼ਨ ਕਰਦੇ ਹੁੰਦੇ ਹਾਂ ਤਾਂ ਰਿਵੀਜ਼ਨ ਉਹਦੀ ਹੁੰਦੀ ਹੈ ਜਿਹੜੀ ਚੀਜ਼ ਪਹਿਲਾਂ ਪੜ੍ਹੀ ਹੋਈ ਹੋਊਗੀ, ਹੈ ਨਾ। ਦੇਖੋਗੇ ਆ ਵੀਡੀਓ ਡਾਇਰੈਕਟ ਵੀ ਸਮਝ ਆ ਜਾਊਗੀ, ਕੋਈ ਇਸ਼ੂ ਨਹੀਂ ਹੈਗਾ, ਹੈ ਨਾ। ਬਟ ਜੇ ਚੈੱਕਆਊਟ ਕਰ ਲਓਗੇ ਤਾਂ ਜ਼ਿਆਦਾ ਬੈਟਰ ਵੇ ਨਾਲ ਤੁਹਾਡੀ ਐਫੀਸ਼ੀਐਂਸੀ ਹੋਰ ਵੀ ਇਨਕਰੀਜ਼ ਹੋ ਜੂਗੀ। ਚਲੋ ਠੀਕ ਹੈ ਜੀ, ਬਾਹਲਾ ਡਿਲੇ ਨਹੀਂ ਕਰਦੇ ਹੋਏ ਆਪਾਂ ਸਟਾਰਟ ਕਰਦੇ ਹਾਂ ਕਰੰਟ ਅਫੇਅਰਸ ਨੂੰ। ਸਭ ਤੋਂ ਪਹਿਲਾਂ ਇੰਪੋਰਟੈਂਟ ਡੇਜ਼ ਦੀ ਆਪਾਂ ਗੱਲ ਕਰਦੇ ਹਾਂ। 5 ਸਤੰਬਰ 5 ਸਤੰਬਰ ਨੂੰ ਕਿਹੜਾ ਡੇ ਮਨਾਇਆ ਜਾਂਦਾ? ਤੁਹਾਨੂੰ ਸਭ ਨੂੰ ਹੀ ਪਤਾ, ਨੈਸ਼ਨਲ ਟੀਚਰਸ ਡੇ ਮਨਾਇਆ ਜਾਂਦਾ, ਹੈ ਨਾ। ਕਾਫੀ ਸਟੂਡੈਂਟ ਨੇ ਵਿਸ਼ ਵੀ ਕੀਤਾ ਸੀਗਾ। ਅਤੇ ਨੈਸ਼ਨਲ ਟੀਚਰਸ ਡੇ ਹੈ ਜਿਹੜਾ 5 ਸਤੰਬਰ ਨੂੰ ਮਨਾਇਆ ਜਾਂਦਾ, ਇਹਨੂੰ ਤੁਸੀਂ ਯਾਦ ਰੱਖਣਾ। ਅੱਛਾ, ਜੇ ਇਹ ਪੁੱਛ ਲੈਣ ਕਿ ਕਿਹਦੀ ਯਾਦ ਦੇ ਵਿੱਚ ਮਨਾਇਆ ਜਾਂਦਾ, ਇਹ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨ, ਤੁਹਾਨੂੰ ਪਤਾ ਹੀ ਹੈ, ਇਮੇਜ ਦੇ ਵਿੱਚ ਦਿਖ ਰਹੇ ਨੇ, ਠੀਕ ਹੈ। ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨ, ਇਹਨਾਂ ਦਾ ਬਰਥ ਐਨੀਵਰਸਰੀ ਹੁੰਦੀ ਹੈ। ਕੀ ਹੁੰਦੀ ਹੈ? ਬਰਥ ਐਨੀਵਰਸਰੀ ਹੁੰਦੀ ਹੈ, ਇਹ ਵੀ ਯਾਦ ਰੱਖ ਲੈਣਾ। ਓਕੇ, ਅੱਛਾ, ਇਹ ਕੌਣ ਸੀਗੇ? ਇਹ ਆਪਣੇ ਇੰਡੀਆ ਦੇ ਪਹਿਲੇ ਵਾਈਸ ਪ੍ਰੈਜ਼ੀਡੈਂਟ, ਇੰਡੀਆ ਦੇ ਫਸਟ ਵਾਈਸ ਪ੍ਰੈਜ਼ੀਡੈਂਟ ਸੀਗੇ, ਠੀਕ ਹੈ। ਅਤੇ ਸੈਕਿੰਡ ਨੰਬਰ ਦੇ ਇਹ ਕੀ ਸੀਗੇ? ਪ੍ਰੈਜ਼ੀਡੈਂਟ ਸੀਗੇ, ਕਿਉਂਕਿ ਪਹਿਲੇ ਪ੍ਰੈਜ਼ੀਡੈਂਟ ਤਾਂ ਰਾਜਿੰਦਰ ਪ੍ਰਸਾਦ ਸੀ ਨਾ, ਤਾਂ ਸੈਕਿੰਡ ਨੰਬਰ 'ਤੇ ਇਹ ਬਣੇ ਸੀਗੇ, ਇਹ ਵੀ ਯਾਦ ਰੱਖਣਾ ਹੈ। ਇਸ ਤੋਂ ਇਲਾਵਾ ਤੁਸੀਂ ਇਹਨਾਂ ਤੋਂ ਇੱਕ ਹੋਰ ਫੈਕਟ ਯਾਦ ਰੱਖਣਾ ਕਿ 1954 ਦੇ ਵਿੱਚ ਭਾਰਤ ਰਤਨ ਹੈ ਜਿਹੜਾ ਇਹਨਾਂ ਨੂੰ ਰਿਸੀਵ ਹੋਇਆ ਸੀ। 1954 ਦੇ ਵਿੱਚ ਭਾਰਤ ਰਤਨ ਇਹਨਾਂ ਨੂੰ ਰਿਸੀਵ ਹੋਇਆ ਸੀ, ਕਲੀਅਰ ਹੈ, ਇਹ ਯਾਦ ਰੱਖਣਾ ਹੈ। ਅੱਛਾ, ਭਾਰਤ ਰਤਨ ਜੀ ਜੇ ਮੈਂ ਗੱਲ ਕਰਾਂ ਤਾਂ ਕੁਛ ਕੁ ਪੁਆਇੰਟ ਤੁਹਾਨੂੰ ਭਾਰਤ ਰਤਨ ਤੋਂ ਮੈਂ ਰਿਵਾਈਜ਼ ਕਰਾਉਂਦੀ ਹਾਂ। ਦੇਖੋ, ਸਭ ਤੋਂ ਪਹਿਲਾਂ ਭਾਰਤ ਰਤਨ, ਇਹ ਤੋਂ ਸਾਨੂੰ ਸਭ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ, ਕੁਐਸਚਨ ਇਹ ਤੋਂ ਇਹ ਬਣਦਾ ਹਾਈਐਸਟ ਸਿਵੀਲੀਅਨ ਅਵਾਰਡ ਕਿਹੜਾ ਆਪਣਾ, ਤਾਂ ਭਾਰਤ ਰਤਨ ਆਪਣਾ ਹਾਈਐਸਟ ਸਿਵੀਲੀਅਨ ਅਵਾਰਡ ਹੈ, ਇਹ ਯਾਦ ਰੱਖਣਾ ਹੈ। ਅੱਛਾ, ਪਹਿਲੇ ਨੰਬਰ 'ਤੇ ਹੋ ਗਿਆ ਭਾਰਤ ਰਤਨ। ਦੂਜੇ ਨੰਬਰ 'ਤੇ ਕਿਹੜਾ ਹੁੰਦਾ ਹਾਈਐਸਟ ਸਿਵੀਲੀਅਨ ਅਵਾਰਡ? ਸੈਕਿੰਡ ਨੰਬਰ ਵਾਲਾ ਪਦਮ ਵਿਭੂਸ਼ਣ, ਧਿਆਨ ਨਾਲ ਨਾਮ ਯਾਦ ਕਰ ਲਿਓ, ਪਦਮ ਵਿਭੂਸ਼ਣ। ਤੀਜੇ ਨੰਬਰ 'ਤੇ ਜੇ ਪੁੱਛ ਰਹੇ ਤਾਂ ਪਦਮ ਭੂਸ਼ਣ। ਚੌਥੇ ਨੰਬਰ ਵਾਲਾ ਪਦਮ ਸ਼੍ਰੀ, ਮੈਂ ਤੁਹਾਨੂੰ ਪਹਿਲਾਂ ਹੀ ਕਰਵਾਇਆ ਹੋਇਆ। ਅੱਛਾ, ਭਾਰਤ ਰਤਨ ਤੋਂ ਕੀ ਯਾਦ ਰੱਖਣਾ ਕਿ ਪਹਿਲੀ ਵਾਰੀ 1954 ਦੇ ਵਿੱਚ ਕਿਹਨੂੰ ਰਿਸੀਵ ਹੋਇਆ ਸੀਗਾ? ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਹੀ ਰਿਸੀਵ ਹੋਇਆ ਸੀ, ਹੋਰ 2 ਪਰਸਨਸ ਨੂੰ ਵੀ ਸੇਮ ਈਅਰ ਦੇ ਵਿੱਚ ਮਿਲਿਆ ਸੀਗਾ। ਉਹਨਾਂ ਦਾ ਕੀ ਨਾਮ ਹੈ? ਇੱਕ ਤਾਂ ਹੈਗੇ ਸੀ ਰਾਜਾ ਗੋਪਾਲਾਚਾਰੀ, ਸੀ ਰਾਜਾ ਗੋਪਾਲਾਚਾਰੀ, ਇਹਨਾਂ ਦਾ ਨਾਮ ਯਾਦ ਰੱਖ ਲਿਓ। ਇੱਕ ਹੋਰ ਨੇਮ ਹੈ CV ਰਮਨ, CV ਰਮਨ, ਇਹਨਾਂ ਦਾ ਨਾਮ ਵੀ ਯਾਦ ਰੱਖ ਲਿਓ, ਠੀਕ ਹੈ ਜੀ। ਇਹ ਦੋਨੋਂ ਨੇਮਸ ਯਾਦ ਰੱਖਣੇ। ਇਸ ਤੋਂ ਇਲਾਵਾ ਭਾਰਤ ਰਤਨ ਤੋਂ ਕੁਛ ਕੁ ਇੰਪੋਰਟੈਂਟ ਕੁਐਸਚਨਸ ਤੁਹਾਨੂੰ ਹੋਰ ਵੀ ਦੱਸਦੀ ਹਾਂ ਜਿਹੜੇ ਤੁਸੀਂ ਯਾਦ ਰੱਖਣੇ ਆ। ਅੱਛਾ, ਫਸਟ ਵਿਮਨ ਜਿਨ੍ਹਾਂ ਨੂੰ ਇਹ ਰਿਸੀਵ ਹੋਇਆ ਤਾਂ ਉਹ ਇੰਦਰਾ ਗਾਂਧੀ ਹੈ, ਇਹ ਵੀ ਤੁਹਾਨੂੰ ਪਤਾ ਹੀ ਹੈ, ਹੈ ਨਾ। ਯੰਗੈਸਟ ਪਰਸਨ, ਸਭ ਤੋਂ ਛੋਟੀ ਉਮਰ ਦੇ ਜਿਨ੍ਹਾਂ ਨੂੰ ਇਹ ਰਿਸੀਵ ਹੋਇਆ, ਯੰਗੈਸਟ ਦੀ ਜੇ ਮੈਂ ਗੱਲ ਕਰਾਂ ਤਾਂ ਉਹ ਕੌਣ ਨੇ ਜਿਨ੍ਹਾਂ ਨੂੰ ਇਹ ਰਿਸੀਵ ਹੋਇਆ? ਉਹ ਹੈਗੇ ਆ ਜੀ ਰਾਜੀਵ ਗਾਂਧੀ, ਇਹਨਾਂ ਦਾ ਨਾਮ ਯਾਦ ਰੱਖਿਓ। ਅੱਛਾ, ਪੋਸਟ ਹਿਊਮਸਲੀ ਜਿਨ੍ਹਾਂ ਨੂੰ ਮਿਲਿਆ, ਪੋਸਟ ਹਿਊਮਸਲੀ ਦਾ ਮਤਲਬ ਹੁੰਦਾ ਡੈਥ ਤੋਂ ਬਾਅਦ। ਪੋਸਟ ਹਿਊਮਸਲੀ ਜਿਨ੍ਹਾਂ ਨੂੰ ਇਹ ਮਿਲਿਆ ਤਾਂ ਉਹਨਾਂ ਦਾ ਨਾਮ ਹੈ ਜੀ ਸਰਦਾਰ ਵੱਲਭ ਭਾਈ ਪਟੇਲ, ਇਹਨਾਂ ਨੂੰ ਆਇਰਨ ਮੈਨ ਵੀ ਕਹਿੰਦੇ ਆ, ਠੀਕ ਹੈ, ਇਹ ਵੀ ਯਾਦ ਰੱਖਣਾ ਹੈ। ਅੱਛਾ, 2 ਇੰਡੀਅਨਸ ਇਹੋ ਜਿਹੇ ਨੇ, ਨੌਨ ਇੰਡੀਅਨਸ ਜਿਨ੍ਹਾਂ ਨੂੰ ਰਿਸੀਵ ਹੋਇਆ ਹੈਗਾ ਇਹ ਅਵਾਰਡ, ਤਾਂ ਉਹਨਾਂ ਨੌਨ ਇੰਡੀਅਨਸ ਦਾ ਨਾਮ ਤੁਸੀਂ ਯਾਦ ਰੱਖਣਾ ਹੈ। ਖਾਨ ਅਬਦੁਲ ਗਫਾਰ ਖਾਨ ਉਹਨਾਂ ਦਾ ਨਾਮ ਹੈ, ਇਹ ਯਾਦ ਰੱਖਣਾ ਹੈ। ਇਹਨਾਂ ਨੂੰ ਹੋਰ ਇੱਕ ਨਾਮ ਨਾਲ ਬੁਲਾਇਆ ਜਾਂਦਾ ਬਲੈਕ ਗਾਂਧੀ ਅਤੇ ਫਰੰਟੀਅਰ ਗਾਂਧੀ। ਇਹਨਾਂ ਨੂੰ ਇੱਕ ਤਾਂ ਬਲੈਕ ਗਾਂਧੀ ਵੀ ਕਹਿੰਦੇ ਨੇ, ਇਹ ਵੀ ਯਾਦ ਰੱਖ ਲਿਓ, ਠੀਕ ਹੈ। ਕੰਪਲੈਕਸ਼ਨ ਇਹਨਾਂ ਦਾ ਡਾਰਕ ਸੀ, ਠੀਕ ਹੈ, ਅਤੇ ਬਲੈਕ ਗਾਂਧੀ, ਅਤੇ ਇੱਕ ਕਹਿੰਦੇ ਨੇ ਇਹਨਾਂ ਨੂੰ ਆਪਣਾ ਫਰੰਟੀਅਰ ਗਾਂਧੀ। ਅੱਛਾ, ਫਰੰਟੀਅਰ ਗਾਂਧੀ ਇਹਨਾਂ ਨੂੰ ਕਿਉਂ ਕਹਿੰਦੇ ਨੇ, ਮੈਂ ਤੁਹਾਨੂੰ ਇਹਦਾ ਰੀਜ਼ਨ ਦੱਸਦੀ ਹਾਂ। ਆਪਣਾ ਇੰਡੀਆ ਦਾ ਮੈਪ ਕੁਛ ਇਸ ਤਰੀਕੇ ਦਾ ਨਾ, ਇੱਧਰਲੇ ਪਾਸੇ ਆਪਣਾ ਪਾਕਿਸਤਾਨ ਪੈਂਦਾ ਨਾ, ਜਿਵੇਂ ਨਾਰਥ ਵੈਸਟ ਦਾ ਜੇ ਆਪਾਂ ਏਰੀਆ ਕਹਿ ਦਈਏ, ਜਿਵੇਂ ਮੰਨ ਲਓ ਆਪਾਂ ਨੋਰਮਲ ਲੈ ਕੇ ਚੱਲੋ, ਨਾਰਥ, ਸਾਊਥ, ਵੈਸਟ, ਈਸਟ, ਤਾਂ ਨਾਰਥ ਵੈਸਟ ਦਾ ਏਰੀਆ ਤਾਂ ਆਹੀ ਹੁੰਦਾ ਨਾ, ਜੇ ਆਪਾਂ ਇੰਡੀਆ ਦਾ ਮੈਪ ਇਸ ਤਰੀਕੇ ਨਾਲ ਵੀ ਬਣਾਈਏ ਤਾਂ ਇਹ ਨਾਰਥ ਵੈਸਟ ਪ੍ਰੋਵਿੰਸ ਨਾਲ ਰਿਲੇਟਡ ਸੀਗੇ, ਉੱਥੋਂ ਤੋਂ ਬਿਲੋਂਗ ਕਰਦੇ ਸੀ, ਜਿਹਦੇ ਕਰਕੇ ਇਹਨਾਂ ਨੂੰ ਫਰੰਟੀਅਰ ਗਾਂਧੀ ਵੀ ਕਹਿੰਦਾ। ਫਰੰਟ ਪਾਰਟ ਆ ਗਿਆ ਨਾ ਆਪਣਾ ਸਾਹਮਣੇ ਵਾਲਾ, ਤਾਂ ਇਹਨਾਂ ਨੂੰ ਫਰੰਟੀਅਰ ਗਾਂਧੀ ਉਹਦੇ ਕਰਕੇ ਵੀ ਕਿਹਾ ਜਾਂਦਾ। ਇਹ ਵੀ ਤੁਸੀਂ ਨਾਮ ਇਹਨਾਂ ਦਾ ਯਾਦ ਰੱਖਣਾ। ਅੱਛਾ, ਮੈਂ 2 ਨੌਨ ਇੰਡੀਅਨਸ ਦੀ ਗੱਲ ਕੀਤੀ ਹੈ। ਪਹਿਲੇ ਤਾਂ ਖਾਨ ਅਬਦੁਲ ਗਫਾਰ ਖਾਨ ਹੋ ਗਿਆ, ਹੈ ਨਾ। ਇਹਨਾਂ ਤੋਂ ਇੱਕ ਨਾ ਰੈੱਡ ਸ਼ਰਟਸ ਵੀ ਯਾਦ ਰੱਖ ਲਿਓ, ਹਿਸਟਰੀ ਕਰਵਾਈ ਕਦੇ ਮੈਂ ਤੁਹਾਨੂੰ ਤਾਂ ਦੱਸੂਗੀ ਰੈੱਡ ਸ਼ਰਟਸ ਵੀ ਇਹਨਾਂ ਨੂੰ ਕਿਉਂ ਕਿਹਾ ਜਾਂਦਾ। ਅੱਛਾ, ਫਰੰਟੀਅਰ ਗਾਂਧੀ ਹੋ ਗਿਆ ਜੀ। ਇੱਕ ਦੂਜੇ ਪਰਸਨ ਨੇ ਨੈਲਸਨ ਮੰਡੇਲਾ, ਕਲੀਅਰ ਹੈ, ਇਹਨਾਂ ਦਾ ਨਾਮ ਯਾਦ ਰੱਖਣਾ। ਇਹਨਾਂ ਨੂੰ ਵਾਈਟ ਗਾਂਧੀ ਕਹਿੰਦੇ ਆ, ਉਹਨਾਂ ਨੂੰ ਬਲੈਕ ਗਾਂਧੀ ਕਹਿੰਦੇ ਸੀ, ਇਹਨਾਂ ਨੂੰ ਵਾਈਟ ਗਾਂਧੀ ਕਹਿੰਦੇ ਆ,
क्लीयर है जी, फॉर्मर ਪ੍ਰੈਜ਼ੀਡੈਂਟ ਸੀਗੇ ਇਹ ਸਾਊਥ ਅਫਰੀਕਾ ਦੇ। ਕਲੀਅਰ ਹੈ, ਇੰਨੇ ਕੁ ਪੁਆਇੰਟ ਨੇ ਜਿਹੜੇ ਤੁਸੀਂ ਭਾਰਤ ਰਤਨ ਤੋਂ ਯਾਦ ਰੱਖਣੇ ਆ। ਓਕੇ ਆ ਜੀ। ਹਾਂਜੀ, ਨੈਕਸਟ ਨਿਊਜ਼ ਦੇ ਉੱਤੇ ਚੱਲਦੇ ਹਾਂ ਆਪਾਂ। ਨੈਕਸਟ ਨਿਊਜ਼ ਵੀ 5 ਸਤੰਬਰ ਤੋਂ ਹੀ ਹੈ। ਇੱਕ ਹੋਰ ਦਿਨ ਹੈ ਜਿਹੜਾ 5 ਸਤੰਬਰ ਨੂੰ ਮਨਾਇਆ ਜਾਂਦਾ ਹੈ, ਉਹ ਕਿਹੜਾ ਡੇ? ਇੰਟਰਨੈਸ਼ਨਲ ਚੈਰਿਟੀ ਡੇ ਹੈ ਜਿਹੜਾ, ਠੀਕ ਹੈ। ਚੈਰਿਟੀ ਡੇ, ਚੈਰਿਟੀ ਤੁਹਾਨੂੰ ਪਤਾ ਹੀ ਹੈ, ਦੇਖੋ ਇਮੇਜ ਦੇ ਵਿੱਚ ਤੁਹਾਨੂੰ ਦਿਖ ਰਹੀ ਹੈ ਨਾ। ਮਦਰ ਟੈਰੇਸਾ ਦੀ ਡੈਥ ਹੋਈ ਸੀ ਇਸ ਦਿਨ ਦੇ ਉੱਤੇ, ਤਾਂ ਉਹਨਾਂ ਦੀ ਕਰਕੇ ਹੀ ਇਹ ਮਨਾਇਆ ਜਾਂਦਾ ਅਤੇ 2012 ਤੋਂ ਜਿਹੜਾ ਇਹ ਮਨਾਇਆ ਜਾਣਾ ਸਟਾਰਟ ਹੋਇਆ ਹੈਗਾ, ਠੀਕ ਹੈ। ਅੱਛਾ, ਮਦਰ ਟੈਰੇਸਾ ਤੋਂ ਤੁਸੀਂ ਕੀ ਯਾਦ ਰੱਖ ਸਕਦੇ ਹੋ? ਮਦਰ ਟੈਰੇਸਾ ਤੋਂ ਇੱਕ ਇੰਪੋਰਟੈਂਟ ਪੁਆਇੰਟ ਬਣਦਾ ਜਿਹੜਾ ਤੁਸੀਂ ਯਾਦ ਰੱਖਣਾ ਕਿ 1979 ਦੇ ਵਿੱਚ ਇਹਨਾਂ ਨੂੰ ਨੋਬਲ ਪੀਸ ਪ੍ਰਾਈਜ਼ ਮਿਲਿਆ ਸੀ। ਨੋਬਲ ਪੀਸ ਪ੍ਰਾਈਜ਼, ਸ਼ਾਂਤੀ ਦੇ ਫੀਲਡ ਦਾ ਜਿਹੜਾ ਅਵਾਰਡ ਇਹਨਾਂ ਨੂੰ ਮਿਲਿਆ ਸੀ ਪ੍ਰਾਈਜ਼। ਕਲੀਅਰ ਹੈ ਜੀ। ਨੈਕਸਟ 'ਤੇ ਚੱਲਦੇ ਹਾਂ। ਹਾਂਜੀ, ਉਸ ਤੋਂ ਬਾਅਦ ਆ ਗਈਆਂ ਆਪਣੀਆਂ ਸਟੇਟ ਨਿਊਜ਼। ਪੰਜਾਬ ਤੋਂ ਕਰਦੇ ਹਾਂ ਆਪਾਂ ਸਭ ਤੋਂ ਪਹਿਲਾਂ। ਪੰਜਾਬ ਨੇ ਰੀਸੈਂਟਲੀ ਲਾਂਚ ਕੀਤਾ ਹੈ, ਪੰਜਾਬ ਦੇ CM ਨੇ ਡਾਕਟਰ ਕਹਿ ਰਹੀ ਹਾਂ ਅਮਰਿੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ, ਠੀਕ ਹੈ। ਆਈ ਰਖਵਾਲੀ ਐਪ, ਆਈ ਰਖਵਾਲੀ ਐਪ ਇਹ ਕਿਹਨਾਂ ਨੇ ਲਾਂਚ ਕੀਤਾ ਹੈਗਾ? ਸਟੇਟ ਕਿਹੜੀ ਹੈ? ਪੰਜਾਬ। ਇਹਨਾਂ ਦਾ ਨਾਮ ਯਾਦ ਰੱਖਣਾ ਤੁਸੀਂ, ਆਈ ਰਖਵਾਲੀ ਐਪ। ਅੱਛਾ, ਹੁਣ ਕਿਸ ਚੀਜ਼ ਲਈ ਕੀਤਾ ਹੈ? ਇਹ ਕੀਤਾ ਹੈਗਾ ਹਰਿਆਲੀ ਬਣਾਈ ਰੱਖਣ ਦੇ ਲਈ। ਉਹਦੇ ਰਿਗਾਰਡਿੰਗ ਹੈ ਜਿਹੜੇ ਮਤਲਬ ਪੇੜ ਵੱਧ ਤੋਂ ਵੱਧ ਲਗਾਉਣੇ ਨੇ, ਦਰਖਤ ਵੱਧ ਤੋਂ ਵੱਧ ਆਉਣੀ ਹੈ, ਫੋਸਟ੍ਰੇਸ਼ਨ ਕਰਨੀ ਹੈ। ਜਿਹੜੀ ਪੇੜਾਂ ਦੀ ਕਟਾਈ ਹੋ ਰਹੀ ਹੈ ਉਸ ਚੀਜ਼ ਨੂੰ ਰੋਕਣਾ ਹੈ। ਜਿਹੜੇ ਪੇੜ ਆਪਾਂ ਲਾਤੇ, ਸਿਰਫ ਇਹੀ ਕੰਮ ਨਹੀਂ ਕਰਨਾ ਕਿ ਲਾਤੇ ਅਤੇ ਉਹਨਾਂ ਨੂੰ ਕੰਮ ਆਪਣਾ ਖਤਮ ਹੋ ਗਿਆ, ਨਹੀਂ ਜੀ। ਜਿਹੜੇ ਦਰਖਤ ਨੇ ਉਹਨਾਂ ਨੂੰ ਲਾਓ ਅਤੇ ਉਹਨਾਂ ਨੂੰ ਪ੍ਰੋਪਰਲੀ ਪਾਣੀ ਵਗੈਰਾ ਦਿਓ ਜਿਹੜੀ ਉਹਦੀ ਲੋੜ ਹੈਗੀ ਹੈ ਨਾ, ਤਾਂ ਕਿ ਉਹਨਾਂ ਦੀ ਸੰਭਾਲ ਵੀ ਹੋ ਸਕੇ, ਠੀਕ ਹੈ। ਤਾਂ ਇਹ ਪੰਜਾਬ ਨੇ ਲਾਂਚ ਕੀਤਾ ਆਈ ਰਖਵਾਲੀ ਐਪ। ਕਲੀਅਰ ਹੈ ਜੀ, ਆਈ ਰਖਵਾਲੀ ਐਪ ਯਾਦ ਰੱਖਣਾ ਹੈ। ਇਸ ਤੋਂ ਇਲਾਵਾ ਪ੍ਰੀਵੀਅਸ ਡੇਜ਼ ਦੇ ਵਿੱਚ ਆਈ ਸੀ ਨਿਊਜ਼ ਪੰਜਾਬ ਤੋਂ ਹੀ, ਉਹ ਕੀ ਸੀ ਕਿ ਕਰੋਨਾ ਵਾਇਰਸ ਦੇ ਰਿਲੇਟਡ ਇਹਨਾਂ ਨੇ ਇੱਕ ਐਪ ਚਲਾਇਆ ਸੀ ਪੰਜਾਬ ਨੇ। ਤਾਂ ਉਹ ਐਪ ਕਿਹੜਾ ਸੀਗਾ? ਕੋਵਾ ਪੰਜਾਬ ਐਪ, ਕੋਵਾ ਪੰਜਾਬ ਐਪ। ਕਲੀਅਰ ਹੈ ਜੀ, ਇਹ ਵੀ ਤੁਸੀਂ ਯਾਦ ਰੱਖਣਾ। ਇੱਕ ਪ੍ਰਾਈਡ ਆਫ ਪੰਜਾਬ ਯੂਥ ਲਈ ਸੀ ਇਹ, ਪ੍ਰਾਈਡ ਆਫ ਪੰਜਾਬ, ਇਹ ਵੀ ਤੁਹਾਨੂੰ ਯਾਦ ਹੋਊਗਾ, ਠੀਕ ਹੈ। ਇਹ ਵੀ ਪੰਜਾਬ ਦੇ ਨਾਲ ਰਿਲੇਟਡ ਹੀ ਸੀਗਾ। ਇਸ ਤੋਂ ਇਲਾਵਾ ਇੱਕ ਹੋਰ ਪੁਆਇੰਟ ਤੁਸੀਂ ਯਾਦ ਰੱਖਣਾ ਪੰਜਾਬ ਤੋਂ, ਉਹ ਕੀ ਹੈਗਾ? ਪੰਜਾਬ ਇਹੋ ਜਿਹੀ ਪਹਿਲੀ ਸਟੇਟ ਹੈ ਜਿਹੜੀ ਕਰਫਿਊ ਲਾਇਆ ਜਿਹਨੇ। ਦੇਖੋ ਕਰੋਨਾ ਕਰਕੇ ਆਪਾਂ ਨੂੰ ਪਤਾ ਪੂਰੀ ਇੰਡੀਆ ਦੇ ਵਿੱਚ ਕਰਫਿਊ ਲੱਗਿਆ ਹੈ ਨਾ, ਤਾਂ ਪੰਜਾਬ ਇਹੋ ਜਿਹੀ ਪਹਿਲੀ ਸਟੇਟ ਹੈ ਇੰਡੀਆ ਦੀ ਜਿਹਨੇ ਸਭ ਤੋਂ ਪਹਿਲਾਂ ਕਰਫਿਊ ਲਾਇਆ। ਕਰਫਿਊ ਲਾਉਣ ਵਾਲੀ ਪੰਜਾਬ ਪਹਿਲੀ ਸਟੇਟ ਬਣੀ। ਅੱਛਾ, ਜੇ ਲੋਕਡਾਊਨ ਪੁੱਛ ਲੈਣ ਕਿ ਲੋਕਡਾਊਨ ਲਾਉਣ ਵਾਲੀ ਪਹਿਲੀ ਸਟੇਟ ਕਿਹੜੀ ਬਣੀ ਹੈ, ਤਾਂ ਉਹ ਰਾਜਸਥਾਨ ਹੈ। ਦੋਨੇ ਤਰੀਕੇ ਨਾਲ ਯਾਦ ਕਰ ਲਈ, ਕਰਫਿਊ ਲਾਇਆ ਪੰਜਾਬ ਨੇ, ਰਾਜਸਥਾਨ ਦੇ ਵਿੱਚ ਲੋਕਡਾਊਨ ਵਾਲੀ ਪਹਿਲੀ ਸਟੇਟ ਹੈ। ਕਲੀਅਰ ਹੈ, ਇਹ ਤੁਸੀਂ ਇੱਥੋਂ ਯਾਦ ਰੱਖਣਾ। ਪੰਜਾਬ ਦੇ CM ਸਭ ਨੂੰ ਪਤਾ ਹੀ ਹੈ, ਕੈਪਟਨ ਅਮਰਿੰਦਰ ਸਿੰਘ। ਪੰਜਾਬ ਦੇ ਜੇ ਮੈਂ ਗਵਰਨਰ ਦੀ ਗੱਲ ਕਰਾਂ, ਗਵਰਨਰ ਦਾ ਨਾਮ ਹੈ VP ਸਿੰਘ ਬਦਨੌਰ, ਠੀਕ ਹੈ, ਉਹ ਵੀ ਸਭ ਨੂੰ ਪਤਾ ਹੀ ਹੈ। ਇਸ ਤੋਂ ਇਲਾਵਾ ਇੱਥੋਂ ਦੇ ਜੇ ਆਪਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਜੇ ਮੈਂ ਗੱਲ ਕਰਾਂ, ਉਹਨਾਂ ਦੇ ਚੀਫ ਜਸਟਿਸ ਉਹਨਾਂ ਦਾ ਨਾਮ ਕੀ ਹੈ ਜੀ? ਰਵੀ ਸ਼ੰਕਰ ਝਾ। ਕਲੀਅਰ ਹੈ, ਇਹਨਾਂ ਦਾ ਨਾਮ ਯਾਦ ਰੱਖ ਲਿਓ। ਚਲੋ ਜੀ, ਨੈਕਸਟ ਨਿਊਜ਼ 'ਤੇ ਚੱਲਦੇ ਹਾਂ। ਨੈਕਸਟ ਆ ਗਈ ਨਿਊਜ਼ ਆਪਣੀ ਕੇਰਲਾ ਤੋਂ। ਕੇਰਲਾ ਦੇ ਵਿੱਚ ਓਨਮ ਫੈਸਟੀਵਲ ਹੈ ਜਿਹੜਾ ਸੈਲੀਬ੍ਰੇਟ ਕੀਤਾ ਗਿਆ ਹੈਗਾ। ਬਹੁਤ ਇੰਪੋਰਟੈਂਟ ਇਹ ਨਿਊਜ਼ ਹੈ ਕਿਉਂਕਿ ਫੇਅਰ ਐਂਡ ਫੈਸਟੀਵਲ ਤੋਂ ਵੀ ਕੁਐਸਚਨ ਆ ਜਾਂਦਾ ਪੇਪਰ ਦੇ ਵਿੱਚ। ਤਾਂ ਜਿਹੜਾ ਇਹ ਓਨਮ ਫੈਸਟੀਵਲ ਹੈ ਨਾ, 10 ਡੇਜ਼ ਦਾ ਫੈਸਟੀਵਲ ਹੈਗਾ, ਠੀਕ ਹੈ। ਇਹ ਵੀ ਯਾਦ ਰੱਖਣਾ ਤੁਸੀਂ ਕਲੀਅਰ ਕੱਟ ਇਸ ਤੋਂ। ਅੱਛਾ, ਕੇਰਲਾ ਦੀ ਜੇ ਮੈਂ ਬੇਸਿਕ ਇਨਫੋਰਮੇਸ਼ਨ ਦੀ ਗੱਲ ਕਰਾਂ ਤਾਂ ਕੈਪੀਟਲ ਤੁਹਾਨੂੰ ਪਤਾ ਹੀ ਹੈ ਤ੍ਰਿਵੇਂਦਰਮਪੁਰਮ ਹੈ, ਠੀਕ ਹੈ। ਇਹ ਵੀ ਯਾਦ ਰੱਖਣਾ। CM ਹੈਗੇ ਨੇ ਇੱਥੋਂ ਦੇ ਪਿਨਰੇਈ ਵਿਜਨ, ਠੀਕ ਹੈ ਜੀ। ਇਹਨਾਂ ਦੇ ਮੈਂ ਗਵਰਨਰ ਦੀ ਜੇ ਗੱਲ ਕਰਾਂ, ਗਵਰਨਰ ਹੈਗੇ ਨੇ ਕੇਰਲਾ ਦੇ ਗਵਰਨਰ ਦਾ ਨਾਮ ਹੈ ਜੀ ਆਰਿਫ ਮੁਹੰਮਦ ਖਾਨ। ਕਲੀਅਰ ਹੈ। ਹਾਈ ਕੋਰਟ ਦੇ ਚੀਫ ਜਸਟਿਸ ਹੈਗੇ ਨੇ S ਮਨੀ ਕੁਮਾਰ। ਇਹ ਸਾਰੀ ਇਨਫੋਰਮੇਸ਼ਨ ਹੋ ਗਈ ਬੇਸਿਕ ਇਹ ਤੋਂ। ਅੱਛਾ, ਪ੍ਰੀਵੀਅਸ ਡੇਜ਼ ਦੇ ਵਿੱਚ ਕੇਰਲਾ ਨਿਊਜ਼ ਦੇ ਵਿੱਚ ਆਇਆ ਸੀਗਾ ਫਸਟ C ਐਂਬੂਲੈਂਸ ਸਰਵਿਸ। ਪਹਿਲੀ ਜਿਹੜੀ C ਐਂਬੂਲੈਂਸ ਸਰਵਿਸ ਹੈਗੀ ਉਹ ਕੇਰਲਾ ਨੇ ਹੀ ਸਟਾਰਟ ਕੀਤੀ ਸੀ। ਅੱਛਾ, ਜਿਹੜੀ ਫਸਟ C ਐਂਬੂਲੈਂਸ ਸਰਵਿਸ ਹੈ ਉਹਦਾ ਨੇਮ ਕੀ ਸੀਗਾ? ਪ੍ਰਤੀਕਸ਼ਾ। ਕਿੱਥੇ ਸਟਾਰਟ ਕੀਤੀ ਸੀ? ਇਹਦੀ ਕੈਪੀਟਲ ਤ੍ਰਿਵੇਂਦਰਮਪੁਰਮ ਦੇ ਵਿੱਚ। ਜਿਹੜੀ ਦੂਜੀ C ਐਂਬੂਲੈਂਸ ਸਰਵਿਸ ਹੈਗੀ ਉਹਦਾ ਨਾਮ ਸੀਗਾ ਪ੍ਰਤਿਊਸ਼ਾ, ਅਤੇ ਕਿੱਥੇ ਸ਼ੁਰੂ ਕੀਤੀ ਸੀ? ਇਰਵੈਂਕੁਲਮ ਦੇ ਵਿੱਚ। ਕਲੀਅਰ ਹੈ। ਅਤੇ ਜਿਹੜਾ ਤੀਜਾ ਸੀ ਉਹਦਾ ਨਾਮ ਸੀਗਾ ਕੋਰੋਨੀਆ, ਠੀਕ ਹੈ ਜੀ। ਅਤੇ ਉਹ ਕਿੱਥੇ ਸਟਾਰਟ ਕੀਤੀ ਸੀ? ਕੋਜ਼ੀਕੋੜੇ। ਕਲੀਅਰ ਹੈ। ਇੰਨੀ ਕੁ ਇਨਫੋਰਮੇਸ਼ਨ ਤੁਸੀਂ ਇਹਦੇ ਤੋਂ ਯਾਦ ਰੱਖਣੀ ਹੈ। ਹਾਂਜੀ, ਇਹ ਤਾਂ ਗੱਲ ਕਰ ਲਈ ਆਪਾਂ ਨੇ ਕੇਰਲ ਦੀ, ਹੈ ਨਾ। ਕੇਰਲ ਤੋਂ ਇਲਾਵਾ ਆਪਾਂ ਜਿਹੜਾ ਇਹ ਨਿਊਜ਼ ਹੈ ਆਪਣੀ ਫੈਸਟੀਵਲ ਨਾਲ ਰਿਲੇਟਡ ਹੈ। ਤਾਂ ਪ੍ਰੀਵੀਅਸ ਡੇਜ਼ ਦੇ ਵਿੱਚ ਜਿਹੜੇ ਵੀ ਫੈਸਟੀਵਲ ਆਏ ਹੈ ਕਰੰਟ ਅਫੇਅਰਸ ਦੇ ਵਿੱਚ, ਆਪਾਂ ਉਹਨੂੰ ਰਿਵਾਈਜ਼ ਕਰ ਲੈਂਦੇ ਹਾਂ। ਇੱਕ ਆਇਆ ਸੀਗਾ ਬੇਸਿਕਲੀ ਇਹਨੂੰ ਅਨਾਦੀ ਕਹਾਂਗੇ,
ਅਨਾਦੀ ਪੇਰੂਕੂ ਫੈਸਟੀਵਲ, ਠੀਕ ਹੈ, ਇਹ ਕਿੱਥੋਂ ਦਾ ਸੀਗਾ? ਤਾਮਿਲਨਾਡੂ ਦਾ। ਮੌਨਸੂਨ ਦਾ ਫੈਸਟੀਵਲ ਸੀਗਾ, ਜੁਲਾਈ ਅਗਸਤ ਦੇ ਡਿਊਰਿੰਗ ਇਹ ਜਿਹੜਾ ਇਹ ਸੈਲੀਬ੍ਰੇਟ ਕੀਤਾ ਜਾਂਦਾ। ਕਾਵੇਰੀ ਨਦੀ ਦੇ ਵਿੱਚ ਜਦੋਂ ਭਰਪੂਰ ਪਾਣੀ ਭਰ ਜਾਂਦਾ ਤਾਂ ਉਹਦੀ ਖੁਸ਼ੀ ਦੇ ਵਿੱਚ ਉਹਦਾ ਥੈਂਕਸ ਕਰਨ ਦੇ ਲਈ ਜਿਹੜਾ ਇਹ ਸੈਲੀਬ੍ਰੇਟ ਕੀਤਾ ਜਾਂਦਾ। ਕਲੀਅਰ ਹੈ। ਇਸ ਤੋਂ ਇਲਾਵਾ ਇੱਕ JNK ਦਾ ਫੈਸਟੀਵਲ ਵੀ ਆਇਆ ਸੀਗਾ, ਉਹ JNK ਦੇ ਹੰਡਵਾੜਾ ਡਿਸਟ੍ਰਿਕਟ ਹੈ ਜਿਹੜੀ, ਉੱਥੇ ਸੈਲੀਬ੍ਰੇਟ ਕੀਤਾ ਗਿਆ ਸੀ। ਕਿਉਂ ਕੀਤਾ ਗਿਆ ਸੀ? ਜਿਹੜਾ 370 ਆਰਟੀਕਲ ਹੈ ਨਾ, ਉਹ ਜਿਹੜਾ ਰਿਮੂਵ ਕੀਤਾ ਸੀਗਾ, ਉਹਦੀ ਪਹਿਲੀ ਸੀ ਐਨੀਵਰਸਰੀ, ਉਹਦੇ ਕਰਕੇ ਹੀ ਇਹਨੂੰ ਸੈਲੀਬ੍ਰੇਟ ਕੀਤਾ ਗਿਆ ਸੀ। ਕਲੀਅਰ ਹੈ ਜੀ। NEK ਦੇ ਤੋਂ ਯਾਦ ਰੱਖਣੀ ਇਨਫੋਰਮੇਸ਼ਨ। ਨੈਕਸਟ 'ਤੇ ਚੱਲਦੇ ਹਾਂ। ਨੈਕਸਟ ਨਿਊਜ਼ ਆ ਗਈ ਜੀ ਅੰਬੈਸਡਰ ਤੋਂ। ਆਯੁਸ਼ਮਾਨ ਖੁਰਾਨਾ। ਆਯੁਸ਼ਮਾਨ ਖੁਰਾਨਾ ਤੁਹਾਨੂੰ ਇਮੇਜ ਦੇ ਵਿੱਚ ਦਿਖ ਰਹੇ ਨੇ, ਤੁਸੀਂ ਦੇਖੀ ਹੋਣਗੇ, ਐਕਟਰ ਨੇ ਕਾਫੀ ਵਧੀਆ ਇਹ। ਆਯੁਸ਼ਮਾਨ ਖੁਰਾਨਾ ਨੂੰ ਬ੍ਰਾਂਡ ਅੰਬੈਸਡਰ ਬਣਾਇਆ। ਬ੍ਰਾਂਡ ਅੰਬੈਸਡਰ ਕਿਸਦਾ? ਬਜਾਜ ਅਲੀਆਂਸ ਦਾ। ਬਜਾਜ ਅਲੀਆਂਸ ਇੱਕ ਲਾਈਫ ਇੰਸ਼ੋਰੈਂਸ ਕੀ ਹੈ? ਇਹ ਲਾਈਫ ਇੰਸ਼ੋਰੈਂਸ ਕੰਪਨੀ ਹੈ, ਠੀਕ ਹੈ। ਇਹਦਾ ਕੀ ਬਣਾਇਆ? ਇਹਨਾਂ ਨੂੰ ਬ੍ਰਾਂਡ ਅੰਬੈਸਡਰ ਬਣਾਇਆ, ਤੁਸੀਂ ਇਹਨੂੰ ਯਾਦ ਰੱਖ ਲਿਓ। ਇਸ ਤੋਂ ਇਲਾਵਾ ਇੱਕ ਹੋਰ ਨਵੇਂ ਬ੍ਰਾਂਡ ਅੰਬੈਸਡਰ ਨੇ, ਉਹਨਾਂ ਦਾ ਨਾਮ ਮੈਂ ਲਿਖ ਦਿੰਦੀ ਹਾਂ, ਨੋਟ ਕਰ ਲਿਓ। ਡਿਆਨੇ ਬਰੇਵੋ, ਠੀਕ ਹੈ। ਜਿਹੜਾ ਇਹ ਨੇ, ਇਹਨਾਂ ਨੂੰ ਕਾਹਦਾ ਬ੍ਰਾਂਡ ਅੰਬੈਸਡਰ ਬਣਾਇਆ? SBO ਟੌਪ ਦਾ। SBO ਟੌਪ ਦਾ ਸਪੋਰਟ ਬ੍ਰਾਂਡ ਹੈ ਇਹ, ਠੀਕ ਹੈ। SBO ਟੌਪ ਦਾ ਕਿਹਨੂੰ ਬਣਾਇਆ? ਡੈਨੇ ਬਰੇਵੋ ਨੂੰ। ਇਹਨਾਂ ਦਾ ਨਾਮ ਯਾਦ ਰੱਖਣਾ। ਅੱਛਾ ਜੀ। ਇਸ ਤੋਂ ਇਲਾਵਾ ਇੱਕ ਹੋਰ ਪ੍ਰੀਵੀਅਸ ਡੇਜ਼ ਦੇ ਵਿੱਚ ਆਈ ਸੀ ਨਿਊਜ਼, ਕਿਤੋਂ? ਬ੍ਰਾਂਡ ਅੰਬੈਸਡਰ ਤੋਂ ਹੀ। ਮਿੰਤਰਾ। ਇਹਦੇ ਬ੍ਰਾਂਡ ਅੰਬੈਸਡਰ ਕਿਹਨੂੰ ਬਣਾਇਆ ਗਿਆ ਜੀ? ਕਾਇਰਾ ਅਡਵਾਨੀ। ਕਿਹਨੂੰ? ਕਾਇਰਾ ਅਡਵਾਨੀ। ਕਲੀਅਰ ਹੈ। ਇਸ ਤਰੀਕੇ ਨਾਲ ਬ੍ਰਾਂਡ ਅੰਬੈਸਡਰਸ ਵੀ ਯਾਦ ਰੱਖਣੇ ਆ। ਅੱਛਾ ਜੀ। ਨੈਕਸਟ ਆ ਗਏ ਨੀਨਾ ਮਲਹੋਤਰਾ। ਨੀਨਾ ਮਲਹੋਤਰਾ ਜਿਹੜੇ ਇੰਡੀਅਨ ਅੰਬੈਸਡਰ ਨੇ, ਇਹ ਕਿਹਦੇ ਲਾਏ ਨੇ? ਇਟਲੀ ਲਈ। ਇੰਡੀਅਨ ਅੰਬੈਸਡਰ ਟੂ ਇਟਲੀ, ਰਾਜਦੂਤ ਨੇ ਨਿਯੁਕਤ ਕੀਤੇ ਨੇ ਇਹ। ਕਲੀਅਰ ਹੈ। ਇਹ ਯਾਦ ਰੱਖਣੇ ਨੇ ਕਲੀਅਰ ਕੱਟ ਤੁਸੀਂ। ਓਕੇ। ਇਸ ਤੋਂ ਇਲਾਵਾ ਇਟਲੀ ਤੋਂ ਆਪਾਂ ਹੋਰ ਕੀ ਰਿਵਾਈਜ਼ ਕਰ ਸਕਦੇ ਹਾਂ? ਇਟਲੀ ਦੀ ਕੈਪੀਟਲ ਤੇ ਕਰੰਸੀ। ਇਟਲੀ ਦੀ ਕੈਪੀਟਲ ਹੈ ਜੀ ਰੋਮ। ਕਲੀਅਰ ਹੈ। ਤੇ ਕਰੰਸੀ ਹੈਗੀ ਹੈ ਯੂਰੋ। ਓਕੇ ਹੈ ਜੀ, ਇਹਨੂੰ ਯਾਦ ਰੱਖ ਲਿਓ। ਨੈਕਸਟ ਨਿਊਜ਼ ਉੱਤੇ ਚੱਲਦੇ ਹਾਂ। ਨੈਕਸਟ ਆ ਗਈ ਆਪਣੀ ਇੰਪੋਰਟੈਂਟ ਬੁੱਕਸ ਤੋਂ ਨਿਊਜ਼। ਹਾਂਜੀ। UNEP ਨੇ ਲਾਂਚ ਕੀਤਾ ਕਿ ਦੀ ਲਿਟਲ ਬॉय ਆਫ ਗ੍ਰੀਨ ਨਰਜਸ। ਦੀ ਲਿਟਲ ਬॉय ਆਫ ਗ੍ਰੀਨ ਨਰਜਸ ਕਿਹਨੇ ਲਾਂਚ ਕੀਤਾ ਹੈ? UNEP ਨੇ। ਤੁਹਾਨੂੰ ਇਮੇਜ ਦੇ ਵਿੱਚ ਦਿਖ ਰਿਹਾ, ਠੀਕ ਹੈ। ਇਹਨਾਂ ਨੇ ਲਾਂਚ ਕੀਤਾ। ਇਹ ਕਾਹਦੇ ਲਈ ਕੀਤਾ? ਵਾਤਾਵਰਨ ਦੇ ਅਨੁਕੂਲ ਆਦਤਾਂ ਅਪਣਾਉਣ ਲਈ, ਸਟੂਡੈਂਟਸ ਨੂੰ ਇਨਕਰੇਜ ਕਰਨ ਦੇ ਲਈ ਕਿ ਉਹ ਇਹੋ ਜਿਹੀਆਂ ਆਦਤਾਂ ਅਪਣਾਉਣ ਜਿਹੜੀਆਂ ਵਾਤਾਵਰਨ ਦੇ ਅਨੁਕੂਲ ਹੋਣ। ਮਤਲਬ ਕਿ ਪੋਲਿਊਸ਼ਨ ਨਹੀਂ ਕਰਨਾ, ਲਾਈਕ ਪਲਾਸਟਿਕ ਦਾ ਘੱਟ ਤੋਂ ਘੱਟ ਯੂਜ਼ ਕਰਨਾ, ਠੀਕ ਹੈ। ਇਹੋ ਜਿਹੀਆਂ ਚੀਜ਼ਾਂ ਵਰਤਣੀਆਂ ਨੇ ਜਿਹੜੀਆਂ ਇਨਵਾਇਰਮੈਂਟ ਫਰੈਂਡਲੀ ਹੋਣ, ਠੀਕ ਹੈ। ਡਿਸਪੋਜ਼ ਆਫ ਕਰਕੇ ਕੋਈ ਪੋਲਿਊਸ਼ਨ ਨਾ ਹੋਵੇ, ਜਿਹਨੂੰ ਈਜ਼ੀਲੀ ਡਿਸਪੋਜ਼ ਆਫ ਕਰ ਸਕਦੇ ਹੋਈਏ, ਠੀਕ ਹੈ। ਤਾਂ ਇਹਦੇ ਕਰਕੇ UNEP ਨੇ ਇਹਨੂੰ ਲਾਂਚ ਕੀਤਾ। ਕਲੀਅਰ, ਇਹਨੂੰ ਯਾਦ ਰੱਖ ਲਿਓ। UNEP ਦੀ ਫੁੱਲ ਫਾਰਮ ਕੀ ਹੁੰਦੀ ਹੈ ਜੀ? UN ਤਾਂ ਜਿੱਥੇ ਵੀ ਹੈਗਾ ਯੂਨਾਈਟਿਡ ਨੇਸ਼ਨ ਹੀ ਆਊਗਾ, ਠੀਕ ਹੈ। ਐਂਡ 'ਤੇ ਆਊਗਾ ਇਨਵਾਇਰਮੈਂਟ ਪ੍ਰੋਗਰਾਮ। ਇਨਵਾਇਰਮੈਂਟ ਪ੍ਰੋਗਰਾਮ। ਕਲੀਅਰ ਹੈ। ਅੱਛਾ, ਹੁਣ ਆਈਏ ਬੁੱਕ 'ਤੇ। ਆਪਾਂ ਥੋੜ੍ਹੀਆਂ ਜਿਹੀ ਬੁੱਕਸ ਫਾਸਟ ਰਿਵਾਈਜ਼ ਕਰ ਲੈਂਦੇ ਹਾਂ UNEP ਤੋਂ, ਜੋ ਵੀ ਪ੍ਰੀਵੀਅਸ ਡੇਜ਼ 'ਚ ਆਈਆਂ ਨੇ। ਬਰੀਫਲੀ ਦੱਸੂੰਗੀ, ਬਾਹਲਾ ਡਿਟੇਲ 'ਚ ਨਹੀਂ ਜਾਂਦੀ ਮੈਂ, ਕਿਉਂਕਿ ਬਹੁਤ ਵਾਰ ਕਰਾਤੀਆਂ ਪਹਿਲਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਬੁੱਕਸ ਦੇ ਵਿੱਚੋਂ ਵਿਜੇ ਕੁਮਾਰ ਚੌਧਰੀ। ਹਾਂਜੀ, ਵਿਜੇ ਕੁਮਾਰ ਚੌਧਰੀ ਦੀ ਬੁੱਕ ਕਿਹੜੀ ਸੀ? ਖੁਦ ਪੌਜ਼ ਕਰਕੇ ਸੋਚੋ ਪਹਿਲਾਂ। ਮੈਂਬਰਸ਼ਿਪ ਇਨ ਪੋਲੀਟਿਕਸ। ਜੇ ਸਾਰਾ ਨਾਮ ਨਹੀਂ ਨਾ ਯਾਦ ਹੁੰਦਾ, ਜਿਵੇਂ ਮੈਂਬਰਸ਼ਿਪ ਇਨ ਪੋਲੀਟਿਕਸ, ਤੁਸੀਂ ਇਹ ਹਿੰਟ ਯਾਦ ਰੱਖੋ ਕਿ ਪੋਲੀਟਿਕਸ ਨਾਲ ਰਿਲੇਟਡ ਕੋਈ ਬੁੱਕ ਸੀਗੀ, ਹੈ ਨਾ। ਨਿਰੂਪਮਾ ਯਾਦਵ ਦੀ ਕਿਹੜੀ ਬੁੱਕ ਸੀਗੀ? ਸਪੈਸ਼ਲ ਕੋਡ ਟੂ ਵਿਨ। ਸਪੈਸ਼ਲ ਕੋਡ ਟੂ ਵਿਨ, ਠੀਕ ਹੈ, ਇਹ ਯਾਦ ਰੱਖਣੀ ਹੈ। ਸਵੱਛ ਭਾਰਤ ਰੈਵੋਲਿਊਸ਼ਨ ਪਰਮੇਸ਼ਵਰਨ ਅਈਅਰ ਦੀ ਸੀਗੀ, ਠੀਕ ਹੈ। ਅਤੇ ਇਹਦਾ ਜਿਹੜਾ ਹਿੰਦੀ ਵਰਜ਼ਨ ਸੀਗਾ ਸਵੱਛ ਭਾਰਤ ਕ੍ਰਾਂਤੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਸਿਮਰਤੀ ਇਰਾਨੀ ਨੇ ਉਹਨੂੰ ਕੀਤਾ ਸੀਗਾ, ਲਾਂਚ ਕੀਤਾ ਸੀ। ਕਲੀਅਰ ਹੈ। ਵੇਟ ਹਾਂਜੀ, ਇੱਥੇ ਵਧੀਆ ਤਰੀਕੇ ਨਾਲ ਤੁਹਾਨੂੰ ਦਿਖ ਪਾਊਗਾ, ਹੈ ਨਾ। ਯਤੀਸ਼ ਯਾਦਵ ਦੀ ਜੇ ਮੈਂ ਗੱਲ ਕਰਾਂ, ਇਹਨਾਂ ਦੀ ਬੁੱਕ ਸੀਗੀ ਰॉ ਅ ਹਿਸਟਰੀ ਆਫ ਇੰਡੀਆਜ਼ ਕੋਵਰਟ ਆਪਰੇਸ਼ਨ, ਠੀਕ ਹੈ। ਪ੍ਰਕਾਸ਼ ਜਾਵੇੜਕਰ ਨੇ ਕਿਹੜੀ ਲਾਂਚ ਕੀਤੀ ਸੀ? CCC, ਕਨੈਕਟਿੰਗ, ਕਮਿਊਨੀਕੇਟਿੰਗ ਅਤੇ ਚੇਂਜਿੰਗ, ਠੀਕ ਹੈ। M ਵੈਂਕਈਆ ਨਾਇਡੂ ਦੀ ਲਾਈਫ ਦੇ ਉੱਤੇ ਇਹ ਬੇਸਡ ਸੀਗੀ। ਇਸ ਤੋਂ ਇਲਾਵਾ ਡਾਕਟਰ ਅਸ਼ੋਕ ਵਿਦਿਆ ਇਹਨਾਂ ਦੀ ਕਿਹੜੀ ਬੁੱਕ ਸੀਗੀ? ਗੈਸਟ੍ਰਿਕ ਕੈਂਸਰ, ਯਾਦ ਰੱਖ ਲੈਣਾ। ਆਨੰਦ ਵਾਸੂ ਤੇ ਜਤੀਸ਼ ਪ੍ਰਣਪਜੀ, ਇਹਨਾਂ ਦੋਨਾਂ ਦੀ ਕਿਹੜੀ ਬੁੱਕ ਸੀ? ਕ੍ਰਿਕਟ ਦਰੋਣਾ, ਠੀਕ ਹੈ ਜੀ। ਵਾਸੂਦੇਵ ਜਗਨਨਾਥ ਪ੍ਰਣਪਜੀ ਦੀ ਲਾਈਫ ਦੇ ਉੱਤੇ ਬੇਸਡ ਸੀਗੀ। MM ਨਰਵਾਣੇ ਕੌਣ ਨੇ? ਆਪਣੇ ਆਰਮੀ ਦੇ ਚੀਫ। ਇਹਨਾਂ ਨੇ ਕਿਹੜੀ ਬੁੱਕ ਲਿਖੀ ਸੀ? ਨੈਸ਼ਨਲ ਸਿਕਿਉਰਿਟੀ ਚੈਲੰਜਸ ਯੰਗ ਸਕਾਲਰ ਪ੍ਰਸਪੈਕਟਿਵ। ਕਲੀਅਰ ਹੈ, ਯਾਦ ਰੱਖ ਲਿਓ। ਇਸ ਤੋਂ ਇਲਾਵਾ ਕਰਨ ਜੋਹਰ ਦੀ ਬੁੱਕ ਆਈ ਸੀ। ਕਰਨ ਜੋਹਰ ਦੀ ਕਿਹੜੀ ਬੁੱਕ ਸੀ? ਦੀ ਬਿਗ ਥਾਟਸ। 2 ਲੈਕਚਰ ਪਹਿਲਾਂ ਹੀ ਕਰਵਾਈ ਸੀ ਮੈਂ ਤੁਹਾਨੂੰ। ਆਫ ਲਿਟਲ ਲਵ। ਕਲੀਅਰ ਹੈ, ਯਾਦ ਰੱਖਣਾ। ਅਤੇ ਇਹਨਾਂ ਦੀ ਆਟੋਬਾਇਓਗ੍ਰਾਫੀ ਕਿਹੜੀ ਸੀ? ਐਨ ਅਨਸਿਟੇਬਲ ਬॉय। ਇਹਨਾਂ ਦੀ ਆਟੋਬਾਇਓਗ੍ਰਾਫੀ ਜਿਹੜੀ ਕਿ 2017 ਦੇ ਵਿੱਚ ਰਿਲੀਜ਼ ਹੋਈ ਸੀ, ਠੀਕ ਹੈ। ਪੋਪ ਫ੍ਰਾਂਸਿਸ
ਪੌਪ ਫ੍ਰਾਂਸਿਸ, ਇਹਨਾਂ ਦੀ ਕਿਹੜੀ ਬੁੱਕ ਸੀ ਜੀ? ਲੈਟ ਅਸ ਡਰੀਮ, ਲੈਟ ਅਸ ਡਰੀਮ। ਕਲੀਅਰ ਹੈ? ਦੇਖੋ ਇਹ ਸਾਰੀਆਂ ਦੀ ਸਾਰੀਆਂ ਬੁੱਕਸ ਨੇ ਜਿਹੜੀ ਤੁਸੀਂ ਯਾਦ ਰੱਖਣੀਆਂ ਨੇ, ਬਿਲਕੁਲ ਵੀ ਭੁੱਲਣਾ ਨਹੀਂ। ਇਸ ਤੋਂ ਇਲਾਵਾ ਪ੍ਰਣਬ ਮੁਖਰਜੀ, ਉਹਨਾਂ ਦੀਆਂ ਬੁੱਕਸ ਮੈਂ ਤੁਹਾਨੂੰ ਕਰਵਾਈਆਂ ਸੀ ਕਿਹੜੀਆਂ? ਦੀ ਕੋਲੀਸ਼ਨ ਈਅਰ, ਦੀ ਕੋਲੀਸ਼ਨ ਈਅਰ ਕਰਾਈ ਸੀ ਆਪਾਂ। ਦੀ ਡਰਾਮੈਟਿਕ ਡਿਕੇਡ, ਇੰਦਰਾ ਗਾਂਧੀ ਈਅਰਸ ਕੀਤੀ ਸੀ। ਉਹ ਤੋਂ ਬਾਅਦ ਦੀ ਟਰਬੂਲੈਂਟ ਈਅਰ ਕੀਤੀ ਸੀ ਆਪਾਂ ਨੇ 1980 ਤੋਂ ਲੈ ਕੇ 1996 ਤੱਕ। ਦੈਨ ਆਪਾਂ ਕੀਤੀ ਸੀ ਬਿਯੋਂਡ ਸਰਵਾਈਵਲ ਅਤੇ ਥੋਟਸ ਐਂਡ ਰਿਫਲੈਕਸ਼ਨ। ਕਲੀਅਰ ਹੈ? ਇਹ ਸਾਰੀਆਂ ਦੀ ਸਾਰੀਆਂ ਬੁੱਕਸ ਯਾਦ ਰੱਖ ਲਿਓ। ਹਾਂਜੀ, ਇਸ ਤੋਂ ਪਹਿਲਾਂ ਆ ਕਰ ਲਈ ਸੀ ਆਪਾਂ ਨਿਊਜ਼। ਸਪੋਰਟਸ ਵਾਲੀ ਨਿਊਜ਼ 'ਤੇ ਆਉਂਦੇ ਹਾਂ। ਸਪੋਰਟਸ ਮਿਨਿਸਟਰ ਲਾਂਚ ਇੰਡੀਆਜ਼ ਫਸਟ ਫੁੱਟਬਾਲ ਟ੍ਰੇਨਿੰਗ ਐਪ ਐਨਜੋਗੋ। ਹਾਂਜੀ, ਸਪੋਰਟਸ ਮਿਨਿਸਟਰ ਕੌਣ ਨੇ? ਸਭ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ, ਕਿਰਨ ਰਿਜੀਜੂ, ਕਿਰਨ ਰਿਜੀਜੂ। ਠੀਕ ਹੈ, ਇਹਨਾਂ ਨੇ ਕੀ ਲਾਂਚ ਕੀਤਾ ਹੈਗਾ? ਇੰਡੀਆ ਦੀ ਪਹਿਲੀ ਫੁੱਟਬਾਲ ਟ੍ਰੇਨਿੰਗ ਐਪ ਹੈ। ਫੁੱਟਬਾਲ ਦੇ ਰਿਲੇਟਡ ਟ੍ਰੇਨਿੰਗ ਹੈ ਜਿਹੜੀ ਇਸ ਐਪ ਦੇ ਉੱਤੇ ਦਿੱਤੀ ਜਾਊਗੀ। ਇਹਨਾਂ ਨੇ ਲਾਂਚ ਕੀਤਾ ਹੈ, ਕੀ ਨਾਮ ਹੈ ਇਹਦਾ? ਇੰਜੋਗੋ। ਠੀਕ ਹੈ, ਨਾਮ ਯਾਦ ਰੱਖ ਲਿਓ, ਇੰਜੋਗੋ ਨਾਮ ਯਾਦ ਰੱਖਣਾ ਇਹਦਾ। ਇਸ ਦੇ ਜ਼ਰੀਏ ਕੀ ਦਿੱਤਾ ਹੋਊਗਾ? ਔਨਲਾਈਨ ਹੈ ਜਿਹੜੀ ਫੁੱਟਬਾਲ ਦੀ ਟ੍ਰੇਨਿੰਗ ਦਿੱਤੀ ਜਾਊਗੀ। ਬਹੁਤ ਵਧੀਆ ਇਹ ਐਪ ਹੈ। ਕਿਸ ਤਰੀਕੇ ਨਾਲ ਜਿਵੇਂ ਵੀਡੀਓਜ਼ ਵਗੈਰਾ ਦੇ ਥਰੂ ਜਿਹੜੀ ਔਨਲਾਈਨ ਟ੍ਰੇਨਿੰਗ ਹੈ ਜਿਹੜੀ ਫੁੱਟਬਾਲ ਦੀ ਦਿੱਤੀ ਜਾਊਗੀ। ਬਹੁਤ ਵਧੀਆ ਤਰੀਕੇ ਨਾਲ ਇਹ ਐਪ ਬਣਾਇਆ ਹੈ ਨਾ ਇਸ ਸੀਜ਼ਨ ਦੇ ਵਿੱਚ ਕਰੋਨਾ ਕਰਕੇ, ਕਿਉਂਕਿ ਫਿਜ਼ੀਕਲੀ ਸਾਰਾ ਕੁਝ ਪੋਸੀਬਲ ਨਹੀਂ ਹੋ ਰਿਹਾ। ਦੇਖੋ ਕਿਸੇ ਨੇ ਮੈਨੂੰ ਪੁੱਛਿਆ ਸੀਗਾ ਕਿ ਵਿਰਚੁਅਲੀ ਕੀ ਹੁੰਦਾ ਹੈ ਨਾ, ਕਮੈਂਟਸ ਦੇ ਵਿੱਚ ਲਿਖਿਆ ਸੀ ਕਿ ਮੈਮ ਵਿਰਚੁਅਲੀ ਕੀ ਹੁੰਦਾ। ਮੈਂ ਵਰਡ ਬਹੁਤ ਵਾਰ ਯੂਜ਼ ਕਰਦੀ ਹਾਂ। ਵਿਰਚੁਅਲੀ ਦਾ ਮਤਲਬ ਹੈ ਔਨਲਾਈਨ, ਸਮਝੋ ਸਿੰਪਲ ਤਰੀਕੇ ਨਾਲ। ਵੈਸੇ ਜੇ ਥੋੜ੍ਹਾ ਡਿਟੇਲ 'ਚ ਜਾਈਏ ਤਾਂ ਇਹ ਹੁੰਦਾ ਕਿ ਕੋਈ ਆਪਾਂ ਕੰਮ ਕਰ ਰਹੇ ਹਾਂ ਜਿਹਦੇ ਵਿੱਚ ਆਪਾਂ ਕਿਸੇ ਕੰਪਿਊਟਰ ਸੋਫਟਵੇਅਰ ਦੀ ਯੂਜ਼ ਕਰ ਰਹੇ ਹਾਂ। ਠੀਕ ਹੈ, ਤਾਂ ਬਸ ਤੁਸੀਂ ਸਿੰਪਲ ਤਰੀਕੇ ਨਾਲ ਸਮਝੋ ਕਿ ਔਨਲਾਈਨ। ਠੀਕ ਹੈ, ਜਿਵੇਂ ਆਪਾਂ ਵੀਡੀਓ ਕਾਨਫਰੰਸਿੰਗ ਕਰਦੇ ਹਾਂ, ਕੋਈ ਵੀ ਚੀਜ਼ ਕਰਦੇ ਹਾਂ, ਦੇਖੋ ਸੋਫਟਵੇਅਰ ਤਾਂ ਯੂਜ਼ ਹੋ ਹੀ ਰਿਹਾ ਨਾ, ਤਾਂ ਔਨਲਾਈਨ, ਬਸ ਔਨਲਾਈਨ ਮਤਲਬ ਸਮਝੋ ਇਹਦਾ ਤੁਸੀਂ। ਠੀਕ ਹੈ, ਵਿਰਚੁਅਲੀ ਦਾ ਮਤਲਬ ਇਹ ਹੁੰਦਾ। ਕਲੀਅਰਲੀ? ਹਾਂਜੀ, ਨੈਕਸਟ ਨਿਊਜ਼ ਕੀ ਆਪਣੀ NTPC ਤੋਂ ਹੈ। NTPC IAIMA ਚਾਣਕਿਆ ਨੈਸ਼ਨਲ ਮੈਨੇਜਮੈਂਟ ਗੇਮਸ 2020। NTPC ਨੇ ਵੌਨ ਕੀਤਾ ਹੈ, ਜਿੱਤਿਆ ਹੈ। ਇੱਕ ਮਹਾਰਤਨ ਕੰਪਨੀ ਹੈ, ਸਭ ਤੋਂ ਪਹਿਲਾਂ ਤਾਂ ਇਹ ਯਾਦ ਰੱਖਣਾ, ਮਹਾਰਤਨ ਕੰਪਨੀ ਹੈ, ਇਹਨੇ ਜਿੱਤਿਆ ਹੈ ਆਹ ਵਾਲਾ। AIMA ਦੀ ਫੁੱਲ ਫਾਰਮ ਦੇਖੋ ਕੀ ਹੁੰਦੀ ਹੈ? ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ। ਠੀਕ ਹੈ, ਚਾਣਕਿਆ ਨੈਸ਼ਨਲ ਮੈਨੇਜਮੈਂਟ ਗੇਮਸ 2020 ਇਹਨੇ ਵਿਨ ਕੀਤਾ। ਇਹਨੂੰ ਤੁਸੀਂ ਯਾਦ ਰੱਖਣਾ। ਇਹਦੀ ਫੁੱਲ ਫਾਰਮ ਮੈਂ ਤੁਹਾਨੂੰ ਆਲਰੇਡੀ ਦੱਸਤੀ ਹੈ। NTPC 1975 ਦੇ ਵਿੱਚ ਫਾਰਮ ਹੋਇਆ। ਐਟ ਪ੍ਰੈਜ਼ੈਂਟ ਇਹਦੇ CMD ਨੇ ਗੁਰਦੀਪ ਸਿੰਘ। ਠੀਕ ਹੈ, ਹੈੱਡਕੁਆਟਰ ਕਿੱਥੇ ਇਹਦਾ? ਨਿਊ ਦਿੱਲੀ ਦੇ ਵਿੱਚ। ਅੱਛਾ, ਪ੍ਰੀਵੀਅਸ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਪਣੀਆਂ ਐਟ ਪ੍ਰੈਜ਼ੈਂਟ ਮਹਾਰਤਨ ਕੰਪਨੀਜ਼ ਕਿੰਨੀਆਂ ਨੇਗੀਆਂ, ਉਹ ਵੀ ਤੁਸੀਂ ਯਾਦ ਰੱਖਣਾ ਹੈਗਾ ਕਿ ਐਟ ਪ੍ਰੈਜ਼ੈਂਟ ਆਪਣੀਆਂ ਟੋਟਲ ਆਪਣੀਆਂ 10 ਮਹਾਰਤਨ ਕੰਪਨੀਜ਼ ਹੈ। ਠੀਕ ਹੈ, ਪੂਰੇ ਇੰਡੀਆ ਦੇ ਵਿੱਚ, ਅਤੇ 14 ਆਪਣੀ ਕੀ ਨੇਗੀਆਂ ਨਵਰਤਨ ਕੰਪਨੀਜ਼ ਹੈ। ਇਸ ਤੋਂ ਇਲਾਵਾ ਇੱਕ ਹੋਰ ਨਿਊਜ਼ ਆਈ ਸੀ CLIL ਜਿਹੜੀ ਕਿ ਮਹਾਰਤਨ ਕੰਪਨੀ ਹੈ। ਇਹਨੇ ਅਨਾਊਂਸ ਕੀਤਾ ਸੀਗਾ ਕਿ ਇਹ ਇਨਵੈਸਟ ਕਰੂਗੀ 1.22 ਲੱਖ ਕਰੋੜ ਇਨ ਇੰਡੀਆ ਦੇ ਵਿੱਚ। ਕਦੋਂ ਤੱਕ? 2023-24 ਦੇ ਐਂਡ ਤੱਕ। ਠੀਕ ਹੈ, ਇਹਨੇ ਆਪਣੇ 500 ਮਤਲਬ ਛੋਟੇ ਵੱਡੇ ਪ੍ਰੋਜੈਕਟਸ ਦੇ ਵਿੱਚ ਇੰਨਾ ਪੈਸਾ ਜਿਹੜਾ ਖਰਚ ਕਰਨਾ। ਇਹ ਸਾਰਾ ਕੁਝ ਵੀ ਤੁਸੀਂ ਯਾਦ ਰੱਖਣਾ ਇਹਦੇ ਤੋਂ। ਕਲੀਅਰ ਹੈ ਜੀ? ਚਲੋ ਨੈਕਸਟ ਉੱਤੇ ਮੂਵ ਔਨ ਕਰਦੇ ਹਾਂ। ਨੈਕਸਟ ਆ ਗਈ ਆਪਣੀ ਨਿਊਜ਼ ਇੰਡੈਕਸਿਸ ਐਂਡ ਰੈਂਕਸ ਤੋਂ। ਇੰਪੋਰਟੈਂਟ ਨਿਊਜ਼ ਹੈ ਏਜ਼ ਆਫ ਡੂਇੰਗ ਬਿਜ਼ਨਸ। ਠੀਕ ਹੈ, ਇਹ ਰੈਂਕਿੰਗ ਜਾਰੀ ਹੋਈ ਹੈ। ਇਹਦੇ ਵਿੱਚ ਟੌਪ 'ਤੇ ਕੌਣ ਹੈ? ਪਹਿਲੇ ਤਿੰਨੇ ਤੁਸੀਂ ਯਾਦ ਰੱਖਣੇ ਨੇ। ਦੇਖੋ AP UP, ਪਹਿਲੇ ਤਾਂ ਬਹੁਤ ਸੌਖੇ ਯਾਦ ਕਰਨੇ। ABC ਤੋਂ ਹੀ ਸ਼ੁਰੂ ਕਰਦੇ ਹਾਂ ਤਾਂ AP UP, ਦੈਨ ਤੇਲੰਗਾਨਾ। ਠੀਕ ਹੈ, ਇਹਨਾਂ ਨੂੰ ਤੁਸੀਂ ਯਾਦ ਰੱਖਣਾ। ਇਹਦਾ ਰੈਂਕ ਟੌਪ 'ਤੇ ਕੌਣ ਹੈ? ਆਂਧਰਾ ਪ੍ਰਦੇਸ਼। ਕਲੀਅਰ ਹੈ? ਇਸ ਤੋਂ ਇਲਾਵਾ, ਇਸ ਰੈਂਕਿੰਗ ਤੋਂ ਇਲਾਵਾ ਜੇ ਮੈਂ ਗੱਲ ਕਰਾਂ, ਪ੍ਰੀਵੀਅਸ ਡੇਜ਼ ਦੇ ਵਿੱਚ ਇੱਕ ਹੋਰ ਰੈਂਕਿੰਗ ਆਈ ਸੀ ਰਿਚੈਸਟ ਨੂੰ ਲੈ ਕੇ, ਹੈ ਨਾ। ਰਿਚੈਸਟ ਵਿਮਨ ਸੀਗੀ, ਹੈ ਨਾ, ਕਿ ਵਰਲਡ ਦੇ ਵਿੱਚ ਰਿਚੈਸਟ ਵਿਮਨ ਕੌਣ ਹੈ। ਉਹਨਾਂ ਦਾ ਨਾਮ ਥੋੜ੍ਹਾ ਜਿਹਾ ਟਿਪੀਕਲ ਹੈ, ਬਾਲਾ ਵੀ ਨਹੀਂ ਵੈਸੇ। ਮੈਕੈਂਜ਼ੀ ਸਕਾਟ ਲੋਰੀਅਲ, ਇਹ ਉਹਨਾਂ ਦਾ ਨਾਮ ਸੀਗਾ। ਠੀਕ ਹੈ, ਜੈਫ ਬੈਜ਼ਸ ਦੀ ਐਕਸ ਵਾਈਫ ਹੈ। ਜੇ ਮੈਂ ਵੈਸੇ ਪਰਸਨ 'ਚੋਂ ਮਤਲਬ ਮੈਨ 'ਚੋਂ ਗੱਲ ਕਰਾਂ, ਟੌਪ ਦੇ ਉੱਤੇ ਕੌਣ ਨੇ ਸਭ ਤੋਂ ਰਿਚੈਸਟ ਦੇ ਵਿੱਚ, ਤਾਂ ਟੌਪ 'ਤੇ ਜੈਫ ਬੈਜ਼ਸ ਨੇ। ਦੂਜੇ ਨੰਬਰ 'ਤੇ ਆ ਜੂਗੇ ਬਿਲ ਗੇਟਸ। ਤੀਜੇ ਨੰਬਰ 'ਤੇ ਐਲਨ ਮਸਕ। ਚੇਂਜ ਹੋ ਗਿਆ ਇਹਨਾਂ ਦਾ ਨਾਮ, ਮੈਂ ਤੁਹਾਨੂੰ ਇਹ ਵੀ ਦੱਸਿਆ ਸੀਗਾ। 3rd ਨੰਬਰ 'ਤੇ ਪਹਿਲਾਂ ਹੋਰ ਸੀਗੇ। ਠੀਕ ਹੈ, ਤਾਂ ਇਹ ਵੀ ਯਾਦ ਤੁਸੀਂ ਰੱਖਣਾ ਹੈ। ਕਲੀਅਰ ਹੈ ਜੀ? ਹੋਰ ਰੈਂਕਿੰਗ ਆਈ ਸੀਗੀ, ਉਹ ਰੈਂਕਿੰਗ ਕਿਹੜੀ ਸੀਗੀ? ਐਕਸਪੋਰਟ ਪ੍ਰੀਪੇਅਰਡਨੈਸ ਇੰਡੈਕਸ, ਜਿਹੜਾ ਕਿ ਨੀਤੀ ਆਯੋਗ ਨੇ ਜਾਰੀ ਕੀਤਾ ਸੀ। ਐਕਸਪੋਰਟ ਪ੍ਰੀਪੇਅਰਡਨੈਸ ਇੰਡੈਕਸ ਦੇ ਵਿੱਚ ਟੌਪ 'ਤੇ ਕੌਣ ਸੀਗਾ? ਗੁਜਰਾਤ। ਦੂਜੇ 'ਤੇ ਕੌਣ ਸੀ? ਮਹਾਰਾਸ਼ਟਰਾ। ਤੀਜੇ 'ਤੇ ਕੌਣ ਸੀ? ਤਾਮਿਲਨਾਡੂ। ਕਲੀਅਰ, ਇਹਨੂੰ ਵੀ ਯਾਦ ਰੱਖਣਾ। ਅੱਛਾ, ਇੱਕ ਪੁਆਇੰਟ ਹੋਰ ਦੱਸਦੀ ਹਾਂ। ਗੁਜਰਾਤ ਤੋਂ ਮਹਾਰਾਸ਼ਟਰਾ ਕਦੋਂ? ਗੁਜਰਾਤ ਅਤੇ ਮਹਾਰਾਸ਼ਟਰਾ ਸੈਪਰੇਟ ਹੋਏ ਸੀ 1 ਮਈ 1960 ਤੋਂ 60 'ਚ। ਠੀਕ ਹੈ, ਇਹ ਵੀ ਯਾਦ ਰੱਖ ਲਿਓ। ਅੱਛਾ, ਨੀਤੀ ਆਯੋਗ ਨੇ ਇਹਨੂੰ ਜਾਰੀ ਕੀਤਾ ਸੀ। ਨੀਤੀ ਆਯੋਗ 'ਚੋਂ ਰਿਵਾਈਜ਼ ਕਰ ਲਓ। ਐਟ ਪ੍ਰੈਜ਼ੈਂਟ ਦੇ ਚੇਅਰਮੈਨ ਕੌਣ ਨੇ? ਮੋਦੀ ਸਾਹਿਬ।
ठीक है जी। वैसे PM ਹੁੰਦਾ बट एट प्रेजेंट अपने मोदी जी ने ਤਾਂ ਇਹੀ ਨੇ। ਵਾਈਸ ਚੇਅਰਮੈਨ ਦੀ ਜੇ ਮੈਂ ਗੱਲ ਕਰਾਂ ਰਾਜੀਵ ਕੁਮਾਰ, CEO ਦੀ ਜੇ ਮੈਂ ਗੱਲ ਕਰਾਂ ਅਮਿਤਾਭ ਕੰਤ। ਇੰਨਾ ਕੁ ਯਾਦ ਰੱਖਣਾ ਹੈਗਾ। ਨੀਤੀ ਆਯੋਗ ਨੇ ਪਲਾਨਿੰਗ ਕਮਿਸ਼ਨ ਨੂੰ ਰਿਪਲੇਸ ਕੀਤਾ ਸੀ ਤੇ 1 ਜਨਵਰੀ 2015 ਦੇ ਵਿੱਚ ਇਹ ਫਾਰਮ ਹੋਇਆ ਸੀ। ਜੇ ਮੈਂ ਗੱਲ ਸਿਰਫ 1 ਜਨਵਰੀ ਦੀ ਕਰਾਂ ਤਾਂ 1 ਜਨਵਰੀ ਨੂੰ DRDO ਵੀ ਬਣਿਆ ਸੀ। DRDO ਡੇ ਵੀ 1 ਜਨਵਰੀ ਨੂੰ ਮਨਾਇਆ ਜਾਂਦਾ। ਇਸ ਤੋਂ ਇਲਾਵਾ ਇੱਕ ਹੋਰ ਇੰਡੈਕਸ ਆਇਆ ਸੀਗਾ ਜੀ ਜਿਹਦੇ ਵਿੱਚ ਤਾਮਿਲਨਾਡੂ ਟੌਪ 'ਤੇ ਸੀ। ਮੈਂ ਤਾਂ ਕੁਐਸਚਨ ਵੀ ਪੁੱਛਿਆ ਸੀ, ਉਹ ਸੀਗਾ ਕਿ ਔਰਤਾਂ ਨੂੰ ਲੋਨ ਦੇਣ ਦੇ ਵਿੱਚ ਕਿਹੜੀ ਸਕੀਮ ਦੇ ਅੰਡਰ PM ਮੁਦਰਾ ਯੋਜਨਾ, ਇਸ ਸਕੀਮ ਦੇ ਅੰਡਰ ਜਿਹੜਾ ਔਰਤਾਂ ਨੂੰ ਲੋਨ ਦਿੱਤਾ ਜਾਂਦਾ ਉਹਦੇ ਵਿੱਚ ਟੌਪ 'ਤੇ ਕੌਣ ਸੀ? ਤਾਂ ਉਹਦੇ ਵਿੱਚ ਟੌਪ 'ਤੇ ਸੀਗਾ ਤਾਮਿਲਨਾਡੂ। ਕਲੀਅਰ ਹੈ? ਟੌਪ 'ਤੇ ਤਾਮਿਲਨਾਡੂ ਸੀ। ਦੂਜੇ ਨੰਬਰ ਦੇ ਉੱਤੇ ਸੀ ਵੈਸਟ ਬੰਗਾਲ। ਤੀਜੇ ਨੰਬਰ ਦੇ ਉੱਤੇ ਸੀ ਕਰਨਾਟਕਾ। 2015 ਦੇ ਵਿੱਚ ਜਿਹੜੀ ਇਹ ਸਕੀਮ ਸੀਗੀ ਲਾਂਚ ਹੋਈ ਸੀ। ਕਲੀਅਰ ਹੈ? ਇੱਕ ਹੋਰ ਰੈਂਕਿੰਗ ਆਈ ਸੀ ਲਿਸਟ ਆਫ ਮੋਸਟ ਐਕਸਪੈਂਸਿਵ ਐਕਟਰਸ, ਸਭ ਤੋਂ ਜਿਹੜੇ ਐਕਸਪੈਂਸਿਵ ਖਰਚੀਲੇ ਮਤਲਬ ਜ਼ਿਆਦਾ ਰੇਟ ਆ ਉਹਨਾਂ ਦਾ ਹੈ ਨਾ, ਐਕਸਪੈਂਸਿਵ ਐਕਟਰਸ ਨੇ ਜਿਹੜੇ, ਉਹ ਕਿਹੜੇ ਨੇਗੇ ਹੈ ਨਾ। ਟੌਪ ਦੇ ਉੱਤੇ ਉਹਨਾਂ ਦਾ ਨਾਮ ਕਿਹਦਾ ਸੀਗਾ? ਡੈਨੇ ਜੌਨਸਨ। ਰੈਸਲਰ ਵੀ ਨੇ, ਆਪਾਂ ਦੀ ਰੌਕ ਦੇ ਨਾਮ ਨਾਲ ਵੀ ਇਹਨਾਂ ਨੂੰ ਜਾਣਦੇ ਹਾਂ, ਰੌਕ। ਕਲੀਅਰ ਹੈ? ਇਹ ਵੀ ਯਾਦ ਰੱਖਣਾ ਹੈ। ਠੀਕ ਹੈ? ਦੂਜੇ ਨੰਬਰ ਦੀ ਨਹੀਂ, ਜੇ ਆਪਾਂ ਇਹ ਤਾਂ ਹੋ ਗਈ ਗੱਲ ਆਪਣੇ ਇੰਟਰਨੈਸ਼ਨਲੀ ਹੈ ਨਾ। ਜੇ ਗੱਲ ਕਰੀਏ ਟੌਪ 10 ਦੇ ਵਿੱਚੋਂ, ਟੌਪ 10 ਦੇ ਵਿੱਚੋਂ ਇੱਕ ਪਰਸਨ ਹੈ ਜਿਹੜਾ ਇੰਡੀਅਨ ਹੈ ਜਿਹੜਾ ਟੌਪ 10 ਦੇ ਵਿੱਚ ਆਇਆ, ਤਾਂ ਉਹਦਾ 6ਵਾਂ ਰੈਂਕ ਹੈ ਨਾ, 6ਵਾਂ ਉਹਦਾ ਰੈਂਕ ਹੈ। ਕੌਣ ਹੈ ਜੀ ਉਹ? ਅਕਸ਼ੇ ਕੁਮਾਰ। ਅਕਸ਼ੇ ਕੁਮਾਰ। ਠੀਕ ਹੈ? ਇਹ ਵੀ ਯਾਦ ਰੱਖਣਾ ਹੈ। ਅੱਛਾ, ਡੈਨੇ ਜੌਨਸਨ ਦੀ ਆਪਾਂ ਗੱਲ ਕੀਤੀ ਹੈ ਇਸ ਤੋਂ ਪਹਿਲਾਂ। ਡੈਨੇ ਜੌਨਸਨ ਦੇ ਰਿਗਾਰਡਿੰਗ ਇੱਕ ਹੋਰ ਨਿਊਜ਼ ਆਈ ਸੀ ਕਿ ਇੰਸਟਾਗ੍ਰਾਮ 'ਚ ਪੋਸਟ ਤੋਂ ਜਿਹੜੀ ਕਮਾਈ ਹੁੰਦੀ ਹੈ ਤਾਂ ਉਹ ਕਮਾਈ ਦੇ ਵਿੱਚ ਵੀ ਇਹ ਟੌਪ 'ਤੇ ਨੇ, ਸਭ ਤੋਂ ਵੱਧ ਇਹਨਾਂ ਨੂੰ ਹੀ ਹੁੰਦੀ ਹੈ। ਕਲੀਅਰ ਹੈ ਜੀ? ਉਸ ਤੋਂ ਬਾਅਦ ਆਪਾਂ ਅਗਲੀ ਨਿਊਜ਼ 'ਤੇ ਚੱਲਦੇ ਹਾਂ। ਲਾਸਟ ਨਿਊਜ਼ ਹੈ ਆਪਣੀ IIT ਦਿੱਲੀ ਤੋਂ। IIT ਦਿੱਲੀ ਨੇ ਲਾਂਚ ਕੀਤਾ ਕਿ ਅੱਛਾ ਆਂਧਰਾ ਪ੍ਰਦੇਸ਼ ਤੋਂ ਹੋਰ ਜੇ ਮੈਂ ਕੁਛ ਸਟੈਟਿਕ ਦੀ ਗੱਲ ਕਰਾਂ ਤੁਸੀਂ ਉਹ ਵੀ ਰਿਵਾਈਜ਼ ਕਰ ਸਕਦੇ ਹੋ ਹੈ ਨਾ। ਆਂਧਰਾ ਪ੍ਰਦੇਸ਼ ਤੋਂ ਤੁਸੀਂ ਰਿਵਾਈਜ਼ ਕਰ ਸਕਦੇ ਹੋ ਕਿ ਇਹਦਾ ਹੈੱਡਕੁਆਟਰ ਹੈੱਡਕੁਆਟਰ ਹੈ ਇੱਥੇ ਕਿਹਦਾ? ਵਿਸ਼ਾਖਾਪਟਨਮ ਦੇ ਵਿੱਚ। ਕਿਸ ਚੀਜ਼ ਦਾ ਹੈੱਡਕੁਆਟਰ ਹੈਗਾ? ਰੇਲਵੇ ਜ਼ੋਨ ਦਾ, 18ਵੇਂ ਰੇਲਵੇ ਜ਼ੋਨ ਦਾ। ਟੋਟਲ ਆਪਣੇ ਰੇਲਵੇ ਜ਼ੋਨ ਕਿੰਨੇ ਨੇ? 18 ਹੈ। 18ਵਾਂ ਕਿਹੜਾ ਹੈਗਾ? ਸਾਊਥ ਕੋਸਟਲ ਰੇਲਵੇ ਜ਼ੋਨ ਹੈ ਨਾ। ਅਤੇ ਉਹ ਜਿਹੜਾ 18ਵਾਂ ਹੈਗਾ ਉਹਦਾ ਹੈੱਡਕੁਆਟਰ ਵਿਸ਼ਾਖਾਪਟਨਮ 'ਚ ਹੈ। ਇੱਕ ਤਾਂ ਇਹ ਗੱਲ ਆਂਧਰਾ ਪ੍ਰਦੇਸ਼ ਤੋਂ ਯਾਦ ਰੱਖਿਓ। ਇੱਕ ਆਂਧਰਾ ਪ੍ਰਦੇਸ਼ ਨੇ ਬਿੱਲ ਪਾਇਆ ਹੈ ਕਿ ਜਿਹੜੀ ਵਿਧਾਨ ਸਭਾ ਇੱਥੋਂ ਦੀ ਅਬੋਲਿਸ਼ ਕਰਨੀ ਹੈ। ਇੱਕ ਇਹ ਪੁਆਇੰਟ ਯਾਦ ਰੱਖਿਓ। ਇੱਕ ਟੋਟਲ ਨੰਬਰ ਆਫ ਜੇ ਤੁਹਾਨੂੰ ਹਾਈ ਕੋਰਟਸ ਪੁੱਛ ਲੈਣ ਕਿੰਨੀਆਂ ਨੇ ਤਾਂ 25 ਨੇ। ਅੱਛਾ, 25ਵੀਂ ਹਾਈ ਕੋਰਟ ਹੈ ਜਿਹੜੀ ਕਿੱਥੋਂ ਦੀ ਹੈ? ਹਾਂਜੀ ਉਹ ਇੱਥੋਂ ਦੀ ਹੀ ਹੈ, ਅਮਰਾਵਤੀ। ਕਲੀਅਰ ਹੈ? ਇੱਥੋਂ ਦੀ ਹੈ। ਇਹ ਵੀ ਤੁਸੀਂ ਯਾਦ ਰੱਖਣਾ ਇਹਦਾ। ਕਲੀਅਰ ਹੈ? ਅਤੇ ਇੱਥੋਂ ਦੇ ਜੇ ਹਾਈ ਕੋਰਟ ਦੇ ਚੀਫ ਜਸਟਿਸ ਦੀ ਮੈਂ ਗੱਲ ਕਰਾਂ ਉਹਨਾਂ ਦਾ ਨਾਮ ਕੀ ਹੈ? JK ਮਹੇਸ਼ਵਰੀ। ਇਹ ਵੀ ਯਾਦ ਰੱਖਿਓ। ਤੇਲੰਗਾਨਾ ਇਹ ਤੋਂ ਸੈਪਰੇਟ ਹੋਇਆ ਸੀਗਾ। ਕਦੋਂ ਸੈਪਰੇਟ ਹੋਇਆ ਸੀ? 2 ਜੂਨ 2014 ਨੂੰ। ਇਹ ਵੀ ਯਾਦ ਰੱਖ ਲਿਓ। ਠੀਕ ਹੈ? ਇਹ ਸਾਰਾ ਪੁਆਇੰਟ ਨੇ ਜਿਹੜੇ ਤੁਸੀਂ ਆਂਧਰਾ ਪ੍ਰਦੇਸ਼ ਤੋਂ ਯਾਦ ਰੱਖ ਸਕਦੇ ਹੋ। ਫਿਊਚਰ ਦੇ ਵਿੱਚ ਇਹਦੀ 3 ਕੈਪੀਟਲਸ ਹੋਣਗੀਆਂ, ਵਿਸ਼ਾਖਾਪਟਨਮ, ਕੁਰਨੂਲ ਅਤੇ ਆਪਣਾ ਅਮਰਾਵਤੀ। ਕਲੀਅਰ? ਅਮਰਾਵਤੀ। ਇਹ ਸਾਰੇ ਯਾਦ ਰੱਖ ਲੈਣੇ ਤੁਸੀਂ ਪੁਆਇੰਟ। ਠੀਕ ਹੈ ਜੀ? UP ਤੋਂ ਇੱਕ ਮੇਨ ਪੁਆਇੰਟ ਯਾਦ ਰੱਖਣਾ, ਯੋਗੀ ਆਦਿੱਤਿਆਨਾਥ ਜੀ ਨੇ ਇੱਥੇ ਇੱਕ ਕੋਵਿਡ ਕੇਅਰ ਹਸਪੀਟਲ ਇਨੈਗੋਰੇਟ ਕੀਤਾ ਸੀ ਜਿਹਦੀ क्षमता 400 ਬੈੱਡ ਦੀ ਹੈ। ਠੀਕ ਹੈ? ਇੰਨੇ ਸਾਰੇ ਪੁਆਇੰਟਸ ਤੁਹਾਨੂੰ ਮੇਰੇ ਤੋਂ ਲਿੰਕ ਕਰਵਾਤੇ ਆ। ਲਾਸਟ ਨਿਊਜ਼ ਆਪਣੀ IIT ਦਿੱਲੀ ਨੇ ਲਾਂਚ ਕੀਤਾ ਚੱਕਰ ਡੀ-ਕੋਵ। ਇਹ ਡਿਸਇਨਫੈਕਟ ਕਰੂਗਾ ਮਾਸਕ ਨੂੰ। ਠੀਕ ਹੈ? ਮਾਸਕ ਜਿਹੜੇ ਆਪਾਂ ਲਾਉਣੇ ਆ ਉਹਨੂੰ ਡਿਸਇਨਫੈਕਟ ਕਰਨ ਦੇ ਲਈ, ਮਤਲਬ ਵਾਇਰਸ ਵਗੈਰਾ ਉਹਦੇ ਵਿੱਚ ਖਤਮ ਕਰਨ ਦੇ ਲਈ ਇਹਨੂੰ ਲਾਂਚ ਕੀਤਾ। ਠੀਕ ਹੈ? N95 ਮਾਸਕ ਨੂੰ ਇਹ ਓਜ਼ੋਨ ਗੈਸ ਨਾਲ, ਇਹਦੀ ਸਪੈਸ਼ਲਿਟੀ ਕੀ ਹੈ? ਓਜ਼ੋਨ ਗੈਸ ਨਾਲ ਡਿਸਇਨਫੈਕਟ ਕਰੂਗਾ। ਇਹਦੇ ਵਿੱਚ ਇਹ ਖਾਸੀਅਤ ਹੁੰਦੀ ਹੈ ਕਿ ਵਾਇਰਸ ਵਗੈਰਾ ਨੂੰ ਕਿਲ ਕਰਨ ਦੀ ਇਹਦੇ ਵਿੱਚ ਕੈਪੇਬਿਲਿਟੀ ਹੁੰਦੀ ਹੈ। ਠੀਕ ਹੈ? ਤਾਂ ਤੁਸੀਂ ਯਾਦ ਰੱਖਣਾ। ਅੱਛਾ, IIT ਦਿੱਲੀ ਤੋਂ ਆਪਾਂ ਜੇ ਕੁਛ ਰਿਵਾਈਜ਼ ਕਰਨਾ ਤਾਂ ਉਹ ਕੀ ਕਰ ਸਕਦੇ ਹਾਂ? ਵਰਲਡ, ਹੁਣ ਮੈਂ ਤੁਹਾਨੂੰ 400 ਬੈੱਡ ਵਾਲਾ ਦੱਸਿਆ ਸੀ ਨਾ। ਵਰਲਡ ਦੀ ਜੇ ਮੈਂ ਲਾਰਜੈਸਟ ਗੱਲ ਕਰਾਂ, ਵਰਲਡ ਦਾ ਲਾਰਜੈਸਟ ਕੋਵਿਡ ਕੇਅਰ ਸੈਂਟਰ ਹੈ ਜਿਹੜਾ, ਉਹ ਕਿੱਥੇ ਹੈਗਾ? ਤਾਂ ਉਹ ਬੈਂਗਲੁਰੂ 'ਚ ਹੈ। ਠੀਕ ਹੈ? ਉਹਦੀ क्षमता ਕਿੰਨੀ ਹੈ? 10,100 ਬੈੱਡ ਦੀ। ਅੱਛਾ, ਜੇ ਮੈਂ ਵਰਲਡ ਦੇ ਸੈਕਿੰਡ ਲਾਰਜੈਸਟ ਦੀ ਗੱਲ ਕਰਾਂ ਕੋਵਿਡ ਕੇਅਰ ਸੈਂਟਰ, ਠੀਕ ਹੈ, ਹੈਲਥ ਸੈਂਟਰ, ਤਾਂ ਉਹ ਕਿੱਥੇ? ਉਹ ਦਿੱਲੀ ਦੇ ਵਿੱਚ ਹੈ। ਇਹਦੀ क्षमता 10,000 ਬੈੱਡਸ ਦੀ ਹੈ। ਕਾਫੀ ਵਾਰ ਮੈਂ ਤੁਹਾਨੂੰ ਰਿਵਾਈਜ਼ ਇਹ ਚੀਜ਼ ਕਰਵਾ ਚੁੱਕੀ ਹਾਂ, ਤਾਂ ਹੁਣ ਇਸ ਤੋਂ ਬਾਅਦ ਇਹਨੂੰ ਬਿਲਕੁਲ ਵੀ ਨਹੀਂ ਭੁੱਲਣਾ। ਠੀਕ ਹੈ ਜੀ? ਹਾਂਜੀ, ਆਪਣੇ ਹੈਗੇ ਲਾਸਟ ਡੇ ਦੇ ਕੁਐਸਚਨਸ। ਲਾਸਟ ਡੇ ਮੈਂ ਤੁਹਾਨੂੰ ਕੁਐਸਚਨ ਪੁੱਛਿਆ ਸੀਗਾ ਕਿ ਰੀਸੈਂਟਲੀ ਉਹ ਕਿਹੜਾ ਬੈਂਕ ਹੈ ਜਿਹਨੇ ਅਨਾਊਂਸ ਕੀਤਾ ਸੈਟੇਲਾਈਟ ਡਾਟਾ ਟੂ ਅਸੈਸ ਕ੍ਰੈਡਿਟ worthiness of farmers. Recently, which bank announced to use satellite data to assess credit worthiness of farmers? ਕਿਹੜਾ ਉਹ ਬੈਂਕ ਹੈ? ਐਕਸਿਸ ਬੈਂਕ ਹੈ, HDFC, ਯੈਸ ਬੈਂਕ ਹੈ, ਜਾਂ ਫਿਰ ICICI ਬੈਂਕ ਹੈ? ਹਾਂਜੀ, ਜਿਹੜਾ ਦਾ ਕਰੈਕਟ ਆਨਸਰ ਹੈ ਉਹ ਹੈਗਾ ICICI ਬੈਂਕ। ਇਹੀ ਹੈਗਾ ਜਿਹੜਾ ਫਾਰਮਰਸ ਦੀ ਜਿਹੜੀ ਕ੍ਰੈਡਿਟ ਵਰਥੀਨੈਸ ਹੈ ਉਹਨੂੰ ਚੈੱਕ ਕਰੂਗਾ ਸੈਟੇਲਾਈਟ ਡਾਟਾ ਦੇ ਥਰੂ। ਠੀਕ ਹੈ? ਇਹ ਤੁਸੀਂ ਯਾਦ ਰੱਖਣਾ, ਲੋਨ ਲਈ ਹੁੰਦਾ ਜਿਹੜੀ ਕ੍ਰੈਡਿਟ ਵਰਥੀਨੈਸ ਚੈੱਕ ਕੀਤੀ ਜਾਂਦੀ ਹੈ ਵੀ ਕੋਈ ਬੰਦਾ ਲੋਨ ਵਗੈਰਾ ਕਿੰਨੇ ਕੁ ਛੇਤੀ ਰੀਪੇ ਕਰ ਸਕਦਾ। ਠੀਕ ਹੈ?
1994 ਦੇ ਵਿੱਚ ਜਿਹੜਾ ਇਹ ਬੈਂਕ ਹੈ ਫਾਰਮ ਹੋਇਆ ਸੀ। ਮੁੰਬਈ ਦੇ ਵਿੱਚ ਕੀ ਹੈ ਇਹਦਾ ਹੈੱਡਕੁਆਟਰ ਹੈ। ਇਹਨਾਂ ਚਾਰੋਂ ਬੈਂਕਸ ਦੇ ਹੈੱਡਕੁਆਟਰ ਹੀ ਮੁੰਬਈ ਦੇ ਵਿੱਚ ਹੈ, ਇਹ ਵੀ ਯਾਦ ਰੱਖ ਲਿਓ। ਇਸ ਤੋਂ ਇਲਾਵਾ ਹੋਰ ਵੀ ਦੱਸਦੇ ਨੇ ਜਿਹਦੇ ਹੈਗੇ ਆ। ਅੱਛਾ, ਇਹਦੇ MD ਤੇ CEO ਦੀ ਜੇ ਮੈਂ ਗੱਲ ਕਰਾਂ, ਸੰਦੀਪ ਬਖਸ਼ੀ, ਠੀਕ ਹੈ, ਇਹ ਵੀ ਨਾਮ ਤੁਸੀਂ ਯਾਦ ਰੱਖ ਲੈਣਾ। ਓਕੇ ਆ ਜੀ। ICICI ਬੈਂਕ ਇਹਦਾ ਆਨਸਰ ਹੈ। ਅੱਛਾ, ਇਹਨਾਂ ਚਾਰਾਂ ਦੇ ਤਾਂ ਹੈੱਡਕੁਆਟਰਸ ਹੈਗੀ ਹੈ ਮੁੰਬਈ ਦੇ ਵਿੱਚ। ਇਸ ਤੋਂ ਇਲਾਵਾ SBI, SEBI, RBI, ਕੋਟਕ ਮਹਿੰਦਰਾ ਬੈਂਕ, ਠੀਕ ਹੈ, ਇਹਨਾਂ ਸਭ ਦੇ ਹੈੱਡਕੁਆਟਰਸ ਵੀ ਕਿੱਥੇ ਨੇਗੇ? ਇੱਥੇ ਹੀ ਹੈ, ਮੁੰਬਈ ਦੇ ਵਿੱਚ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਰੀਸੈਂਟਲੀ ਵਿਚ ਸਟੇਟ ਆਫ ਇੰਡੀਆ ਸਟਾਰਟਡ YSR ਬਹਾਦਰੀ ਲਿਫਟ ਇਰੀਗੇਸ਼ਨ ਸਕੀਮ? ਆਪਸ਼ਨ ਏ ਕਹਿੰਦੇ ਜਿਹੜੀ ਰੀਸੈਂਟਲੀ YSR ਬਹਾਦਰੀ ਲਿਫਟ ਇਰੀਗੇਸ਼ਨ ਸਕੀਮ ਹੈ ਇਹ ਗੁਜਰਾਤ ਨੇ ਸਟਾਰਟ ਕੀਤੀ ਹੈ, ਤਾਮਿਲਨਾਡੂ ਨੇ, ਮੱਧ ਪ੍ਰਦੇਸ਼ ਨੇ ਜਾਂ ਫਿਰ ਆਂਧਰਾ ਪ੍ਰਦੇਸ਼ ਨੇ। ਇਹਦਾ ਕਰੈਕਟ ਆਨਸਰ ਹੈਗਾ ਜੀ ਆਂਧਰਾ ਪ੍ਰਦੇਸ਼ ਨੇ ਸਟਾਰਟ ਕੀਤੀ ਹੈ। ਠੀਕ ਹੈ, ਮੈਂ ਤੁਹਾਨੂੰ ਇੱਕ ਲਿੰਕ ਵੀ ਦੱਸਿਆ ਸੀ ਕਿ ਜਿਹਦੇ ਮੂਹਰੇ ਵੀ YSR ਲੱਗ ਗਿਆ, ਅੱਖਾਂ ਬੰਦ ਕਰਕੇ ਆਂਧਰਾ ਪ੍ਰਦੇਸ਼ ਆਨਸਰ ਲਾ ਦਿਓ। ਪਤਾ ਨਹੀਂ ਪਤਾ ਕੁਛ ਵੀ ਹੈ, ਠੀਕ ਹੈ, ਕਿਉਂਕਿ ਉੱਥੋਂ ਦੀ ਜਿਹੜੀ ਪਾਰਟੀ ਹੈ ਉਹਦਾ ਨਾਮ 'ਤੇ ਹੀ ਇਹ ਸਕੀਮਸ ਦੇ ਨਾਮ ਵਗੈਰਾ ਆਪਣੇ ਰੱਖਦੇ ਨੇ, ਅਤੇ ਤੁਸੀਂ ਯਾਦ ਰੱਖਣਾ। ਅੱਛਾ, ਆਂਧਰਾ ਪ੍ਰਦੇਸ਼ ਤੋਂ ਮੈਂ ਤੁਹਾਨੂੰ ਆਲਰੇਡੀ ਬਹੁਤ ਸਾਰੇ ਪੁਆਇੰਟ ਲਿੰਕ ਕਰਾਤੇ, ਤਾਂ ਮੈਂ ਹੁਣ ਨਹੀਂ ਕਰਾਉਂਗੀ। ਠੀਕ ਹੈ ਜੀ, ਇਹ ਆਪਣੇ ਕੁਐਸਚਨਸ ਆਫ ਦੀ ਡੇ ਨੇ। ਕੀ ਕੁਐਸਚਨਸ ਹੈ? ਰੀਸੈਂਟਲੀ ਸੀ ਪਲੇਨ ਸਰਵਿਸ ਕਿਹਨੇ ਸਟਾਰਟ ਕੀਤੀ ਹੈ? ਸੀ ਪਲੇਨ ਸਰਵਿਸ। ਜਿਹਨੇ ਇਹ ਲੈਕਚਰ ਵੀ ਧਿਆਨ ਨਾਲ ਦੇਖਿਆ ਹੋਊਗਾ ਨਾ, ਉਹ ਵੀ ਬੰਦਾ ਇਸ ਕੁਐਸਚਨ ਦਾ ਆਨਸਰ ਕਰ ਸਕਦਾ। ਜਿਹਨੇ ਪ੍ਰੀਵੀਅਸ ਲੈਕਚਰਸ ਨਹੀਂ ਵੀ ਦੇਖੇ ਉਹ ਵੀ ਆਰਾਮ ਨਾਲ ਆਨਸਰ ਕਰ ਸਕਦਾ। ਬਸ ਗੱਲ ਤੁਹਾਡੀ ਅਲਰਟਨੈਸ ਦੀ, ਕਿੰਨੇ ਕੁ ਅਲਰਟ ਹੋ ਕੇ ਪੜ੍ਹਿਆ। ਤਾਮਿਲਨਾਡੂ ਨੇ, ਪੰਜਾਬ ਨੇ, ਗੁਜਰਾਤ ਨੇ, ਕੇਰਲ ਨੇ। ਅੱਛਾ, ਹੁਣ ਮੈਂ ਤੁਹਾਡੇ ਤੋਂ ਐਕਸਪੈਕਟ ਕਰਦੀ ਹਾਂ ਕਿ 101% ਤੁਸੀਂ ਮੈਨੂੰ ਜਿਹੜੀ ਵੀ ਮੈਂ ਡਿਟੇਲ ਤੁਹਾਨੂੰ ਕਰਵਾਈ ਹੋਈ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਦੱਸੋ। ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਹੈ ਕੁਐਸਚਨ ਆਪਣਾ ਬਿਯੋਂਡ ਸਰਵਾਈਵਲਸ ਨਾਮ ਦੀ ਜਿਹੜੀ ਬੁੱਕ ਹੈਗੀ ਇਹ ਕਿਹਦੇ ਨਾਲ, ਕਿਹੜੇ ਪਰਸਨ ਨਾਲ ਐਸੋਸੀਏਟ ਕਰਦੀ ਹੈ? ਪ੍ਰਣਬ ਮੁਖਰਜੀ, ਰਾਮਨਾਥ ਕੋਵਿੰਦ, MM ਨਰਵਾਣੇ ਜਾਂ ਫਿਰ ਨਰਿੰਦਰ ਮੋਦੀ। ਇਹ ਦੋ ਕੁਐਸਚਨ ਇਹੋ ਜਿਹੇ ਇਨਕਲੂਡ ਕੀਤੇ ਨੇ ਮੈਂ ਅੱਜ। ਜਿਹੜੇ ਪਰਸਨਸ ਨੇ ਪਹਿਲਾਂ ਵਾਲੀ ਵੀਡੀਓ ਨਹੀਂ ਵੀ ਦੇਖੀ ਅਤੇ ਅੱਜ ਵਾਲਾ ਲੈਕਚਰ ਧਿਆਨ ਨਾਲ ਸੁਣਿਆ ਸਮਝਿਆ ਹੈ ਨਾ, ਉਹ ਬੰਦਾ ਆਨਸਰ ਕਰ ਸਕਦਾ। ਹੁਣ ਜੇ ਦੇਖੋ ਬੈਕ ਕਰਕੇ ਚੈੱਕ ਕਰੋਗੇ ਤਾਂ ਤੁਹਾਡਾ ਮਤਲਬ ਫਿਰ ਕੀ ਹੈ, ਤੁਸੀਂ ਘੱਟ ਸਮਝ ਰਹੇ ਹੋ ਹੈ ਨਾ, ਤਾਂ ਤੁਸੀਂ ਮਤਲਬ ਧਿਆਨ ਨਾਲ ਸਮਝਣਾ ਇਹਨੂੰ ਅਤੇ ਆਨਸਰ ਮੈਨੂੰ ਕਰਕੇ ਜਾਣੇ ਨੇ ਕਮੈਂਟਸ ਦੇ ਵਿੱਚ। ਹਾਂਜੀ, ਇੰਪੋਰਟੈਂਟ ਆਰਗੇਨਾਈਜੇਸ਼ਨਸ ਦੀ ਜੇ ਮੈਂ ਗੱਲ ਕਰਾਂ, ਇਸ ਤੋਂ ਪਹਿਲਾਂ ਆਪਾਂ ਜਨੇਵਾ ਦੀਆਂ ਕੀਤੀਆਂ ਸੀਗੀਆਂ ਸਾਰੀਆਂ ਕਿ ਜਨੇਵਾ ਦੇ ਵਿੱਚ ਕਿਹਦਾ ਹੈੱਡਕੁਆਟਰ ਹੈ। ਸਭ ਤੋਂ ਪਹਿਲਾਂ ਆਪਾਂ ਜਨੇਵਾ ਦੀਆਂ ਹੀ ਰਿਵਾਈਜ਼ ਕਰਦੇ ਹਾਂ, ਉਸ ਤੋਂ ਬਾਅਦ ਇਹ 'ਤੇ ਆਵਾਂਗੇ। WHO, WTO, ILO, ਠੀਕ ਹੈ, WIPO। ਸਭ ਤੋਂ ਪਹਿਲਾਂ ਮੈਂ ਇਹ ਕਰਾਈਆਂ ਸੀ ਨਾ। ਇਹਨਾਂ ਸਭ ਦੇ ਹੈੱਡਕੁਆਟਰਸ ਜਨੇਵਾ ਦੇ ਵਿੱਚ ਨੇ। ਵਰਲਡ ਹੈਲਥ ਆਰਗੇਨਾਈਜੇਸ਼ਨ, ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ, ਅਤੇ ਉਸ ਤੋਂ ਬਾਅਦ ਆਪਾਂ ਕੀਤਾ ਸੀ ਵਰਲਡ ਇੰਟਲੈਕਚੁਅਲ ਪ੍ਰੋਪਰਟੀ ਆਰਗੇਨਾਈਜੇਸ਼ਨ। ਇਸ ਤੋਂ ਬਾਅਦ ਆਪਾਂ ਕੀਤਾ ਸੀਗਾ ਵਰਲਡ ਮੈਟੀਓਰੋਲੋਜੀਕਲ ਆਰਗੇਨਾਈਜੇਸ਼ਨ, ਇੰਟਰਨੈਸ਼ਨਲ ਕਮੇਟੀ ਔਨ ਫॉर ਰੈੱਡ ਕ੍ਰਾਸ ਆਰਗੇਨਾਈਜੇਸ਼ਨ। ਇੱਕ ਆਪਾਂ ਕੀਤਾ ਸੀ ਇੰਟਰਨੈਸ਼ਨਲ ਸਟੈਂਡਰਡਾਈਜੇਸ਼ਨ ਆਰਗੇਨਾਈਜੇਸ਼ਨ, UN ਕਾਨਫਰੰਸ ਔਨ ਟ੍ਰੇਡ ਐਂਡ ਡਿਵੈਲਪਮੈਂਟ। ਇਹਨਾਂ ਸਭ ਦੇ ਹੈੱਡਕੁਆਟਰਸ ਜਨੇਵਾ 'ਚ ਮੈਂ ਤੁਹਾਨੂੰ ਕਰਵਾ ਚੁੱਕੀ ਹਾਂ। ਅੱਜ ਆਪਾਂ ਜਿਨ੍ਹਾਂ ਦੇ ਹੈੱਡਕੁਆਟਰਸ ਲੰਡਨ ਦੇ ਵਿੱਚ ਨੇ ਨਾ, ਉਹ ਵਾਲੀਆਂ ਆਰਗੇਨਾਈਜੇਸ਼ਨਸ ਕਰਨੀਆਂ ਨੇ। ਇੰਟਰਨੈਸ਼ਨਲ ਮੈਰੀਟਾਈਮ ਆਰਗੇਨਾਈਜੇਸ਼ਨ, ਇਹਦਾ ਹੈੱਡਕੁਆਟਰ ਵੀ ਲੰਡਨ 'ਚ ਹੈ। ਐਮਨੈਸਟੀ ਇੰਟਰਨੈਸ਼ਨਲ ਦਾ ਵੀ, ਕਾਮਨਵੈਲਥ ਆਫ ਨੇਸ਼ਨਸ ਦਾ ਵੀ, ਕਾਮਨਵੈਲਥ ਹੀ ਹੁੰਦਾ CW ਦਾ ਮਤਲਬ, ਕਾਮਨਵੈਲਥ ਟੈਲੀ ਕਮਿਊਨੀਕੇਸ਼ਨ ਅਤੇ ਆਰਗੇਨਾਈਜੇਸ਼ਨ। ਇਹਨਾਂ ਸਭ ਦੇ ਹੈੱਡਕੁਆਟਰਸ ਕਿੱਥੇ ਨੇਗੇ? ਲੰਡਨ ਦੇ ਵਿੱਚ ਹੈ। ਅੱਛਾ, ਹੁਣ ਇਹਨੂੰ ਯਾਦ ਕਰਨ ਦਾ ਤਰੀਕਾ ਦੱਸਦੇ ਨੇ ਥੋੜ੍ਹਾ ਜਿਹਾ। ਦੇਖੋ ਅੱਜ ਦੋਨੇ ਤਾਂ CW ਵਾਲੇ ਨੇ, ਵੈਸੇ ਹੀ ਯਾਦ ਹੋ ਜਾਣਗੇ। ਠੀਕ ਹੈ, ਇਹਨਾਂ ਦੇ ਵਿੱਚ ਇੱਕ ਇੰਪੋਰਟੈਂਟ ਵਰਡ ਚੱਕ ਲਓ, ਆਵਲੇ ਮੈਰੀਟਾਈਮ ਅਤੇ ਐਮਨੈਸਟੀ। ਠੀਕ ਹੈ, ਇਹਨਾਂ ਤੋਂ ਤੁਸੀਂ ਯਾਦ ਰੱਖ ਲਿਓ, ਚਾਰੇ ਵਰਡਸ ਯਾਦ ਰੱਖੋ, ਆਰਾਮ ਨਾਲ ਤੁਹਾਨੂੰ ਲੰਡਨ ਯਾਦ ਹੋ ਜਾਊਗਾ। ਕਲੀਅਰ ਹੈ? ਇਸੇ ਤਰੀਕੇ ਨਾਲ ਮੈਂ ਕੁਛ ਨਾ ਕੁਛ ਇੰਪੋਰਟੈਂਟ ਸਟੈਟਿਕ ਪਾਰਟ ਜਿਹੜਾ ਕਿ ਆਪਣੇ ਕਰੰਟ ਅਫੇਅਰਸ ਦੇ ਪਾਰਟ ਤੋਂ ਵੀ ਪਰਪਸ ਤੋਂ ਵੀ ਇੰਪੋਰਟੈਂਟ ਰਹਿੰਦਾ, ਐਂਡ ਦੇ ਉੱਤੇ ਐਡ ਕਰਕੇ ਤੁਹਾਨੂੰ ਕਰਵਾ ਦੂੰਗੀ, ਜਿਹਦੇ ਨਾਲ ਤੁਹਾਨੂੰ ਹੋਰ ਵੀ ਬੈਟਰ ਵੇ ਨਾਲ ਸਾਰਾ ਕੁਝ ਸਮਝ ਆ ਜਾਊਗਾ। ਕਲੀਅਰ ਹੈ ਜੀ? ਹਾਂਜੀ, ਅਨਅਕੈਡਮੀ 'ਤੇ ਲਾਈਵ ਕਲਾਸਿਸ ਹੁੰਦੀਆਂ ਜੀ ਫਨਕਾਰ ਸਰ ਦੀਆਂ। ਠੀਕ ਹੈ, ਉਹ ਜ਼ਰੂਰ ਦੇਖਣੀ ਤੁਸੀਂ। ਡਿਸਕ੍ਰਿਪਸ਼ਨ ਬਾਕਸ ਇੱਕ ਵਾਰ ਵਿਜ਼ਿਟ ਕਰ ਲਿਓ, ਜਿਹਦੇ ਨਾਲ ਕੀ ਹੈ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਕਾਫੀ ਸਾਰੇ ਲਿੰਕਸ ਮਿਲ ਜਾਣਗੇ ਜਿਹੜੇ ਤੁਹਾਡੇ ਕੰਮ ਦੇ ਵੀ ਹੋਣਗੇ। ਠੀਕ ਹੈ, ਤਾਂ ਪਲੀਜ਼ ਉਹਨਾਂ ਨੂੰ ਵਿਜ਼ਿਟ ਕਰ ਲਿਓ। ਇਸ ਵੀਡੀਓ ਨੂੰ ਜ਼ਰੂਰ ਲਾਈਕ ਕਰੋ ਜੇ ਤੁਹਾਡੇ ਕੰਮ ਆਈ ਹੈ ਨਾ, ਤੁਹਾਨੂੰ ਰਿਵੀਜ਼ਨ 'ਚ ਹੈਲਪ ਹੋਈ ਹੈ, ਤੁਹਾਡੇ ਕਰੰਟ ਅਫੇਅਰ 'ਚ ਐਫੀਸ਼ੀਐਂਸੀ ਵਧੀ ਹੈ। ਪਲੀਜ਼ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਕਮੈਂਟ ਕਰਕੇ ਦੱਸ ਕੇ ਜਾਈਓ ਜੋ ਵੀ ਕੁਐਸਚਨਸ ਤੁਹਾਨੂੰ ਪੁੱਛੇ ਨੇ। ਅੱਜ ਮੈਂ ਬਹੁਤ ਈਜ਼ੀ ਲੈਵਲ ਦੇ ਐਡ ਕੀਤੇ ਆ, ਸਹੀ ਗੱਲ ਦੱਸਾਂ ਹੈ ਨਾ। ਪਲੀਜ਼ ਦੱਸ ਕੇ ਜਾਈਓ। ਠੀਕ ਹੈ ਜੀ, ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ। ਥੈਂਕ ਯੂ ਸੋ ਮੱਚ। ਮਿਲਦੇ ਹਾਂ ਨੈਕਸਟ ਵੀਡੀਓ 'ਚ।